ਅੱਜ ਆਪਾਂ 461 461 ਅੰਕ ਤੋਂ ਗਿਆਨ ਸ਼ੁਰੂ ਕਰਾਂਗੇ ਜੀ। ਇਹ ਆਸਾ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਛੰਤ 2 ਛੰਤ ਰਹਿ ਗਏ ਸੀਗੇ ਉਹ ਲਵਾਂਗੇ ਆਪਾਂ 13 ਅਤੇ 14 ਨੰਬਰ 13 ਐਂਡ 14th ਔਰ ਲੜੀ ਦਾ ਜਿਹੜਾ ਚੌਥਾ ਟੌਪਿਕ ਦਾ ਮਹਾਰਾਜ ਜਿਹੜੇ ਹੈਗੇ ਜੋ ਗਿਆਨ ਦੇਣਾ ਚਾਹੁੰਦੇ ਹੋ, ਕਿਉਂਕਿ ਇਹ ਗਿਆਨ ਜਿਹੜਾ ਹੈਗਾ ਜੋ ਸਬਜੈਕਟ ਹੈਗਾ ਉਹਦੇ ਵਾਸਤੇ ਕਿੰਨੇ ਸ਼ਬਦ ਲੱਗਦੇ ਆ ਉਹ ਮਹਾਰਾਜ ਜਾਣਦੇ ਆ। ਉਹਨਾਂ ਟੌਪਿਕ ਭਾਈ ਸਾਹਿਬ ਜੀ, ਭਾਈ ਖਾਲਸਾ, ਭਾਈ ਫਤਿਹ ਸਾਰੀ ਸੰਗਤ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਤੇ ਆਪਾਂ ਗੱਲ ਕਰ ਰਹੇ ਸੀਗੇ ਗਿਆਨ ਜਿਹੜਾ ਹੈਗਾ ਉਹਦੇ ਵਾਸਤੇ ਕਿੰਨਾ ਕੁ ਜਿਹੜੇ ਹੈਗੇ ਅੱਖਰ ਚਾਹੀਦੇ ਆ, ਉਹਦੇ ਵਾਸਤੇ ਫਿਰ ਟੌਪਿਕ ਬਣ ਜਾਂਦਾ ਹੈ। ਉਹਨੇ ਸ਼ਬਦ ਇਹ ਮਹਾਰਾਜ ਜਾਣਦੇ ਆ ਜੀ। ਆਸਾ ਮਹੱਲਾ ਪੰਜਵਾਂ। ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ। ਲਓ ਜੀ, ਦੇਖ ਲਓ ਹੁਣ ਭਾਗ ਜਿਹੜੇ ਹੈਗੇ, ਕੀ ਭਾਗ ਹੈਗੇ ਆਪਣੇ, ਇਹ ਭਾਗ ਕਿਵੇਂ ਬਣਦੇ ਆ, ਇਸ ਤੋਂ ਕਲੀਅਰ ਨਹੀਂ ਲੱਭਣਾ ਕਿਤੇ ਵੀ ਜਿਹੜਾ ਹੈਗਾ। ਇਸ ਤੋਂ ਜਿਹੜਾ ਹੈਗਾ ਵੱਧ ਜਿਹੜਾ ਹੈਗਾ ਆਪਾਂ ਨੂੰ ਖੁਲਾਸਾ ਕਰ ਦੇਣ ਮਹਾਰਾਜ। ਦਿਨ ਰਹਿਣ ਕਮਾਏ ਅੜਿਓ ਸੋ ਆਇਓ ਮੱਥ ਹੈ। ਕਹਿੰਦੇ ਜੋ ਕੁਛ ਵੀ ਤੂੰ ਜਿੱਥੇ ਵੀ ਸਮਾਂ ਲਗਾ ਰਿਹਾ ਆ ਮਿੱਤਰਾ ਮੇਰੇ ਮਨਾ, ਉਹ ਤੇਰੇ ਭਾਗ ਬਣਨੇ ਹੀ ਬਣਨੇ ਆ। ਆ ਜਾਓ ਪਿਆਰਿਓ, ਸ਼ੁਰੂ ਕਰਨ ਲੱਗੇ ਆ ਜੀ। ਦਿਨ ਰਹਿਣ ਆਪਾਂ ਫਿਰ ਦੱਸ ਦਈਏ 461 ਅੰਗ ਦੇ ਉੱਤੇ ਹੈਗੇ ਆ 461। ਆਸਾ ਮਹੱਲਾ ਪੰਜਵਾਂ। ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ। ਇਸ ਤਰ੍ਹਾਂ ਭਾਗ ਬਣਦੇ ਆ ਭਾਈ, ਜੋ ਵੀ ਆਪਾਂ ਕਮਾਉਂਦੇ ਆ ਦਿਨ ਰਾਤ। ਦੇਖ ਲਓ ਆਪਾਂ ਨੂੰ ਸਮਾਂ ਦਿੱਤਾ ਹੋਇਆ, ਰਾਤ ਨੂੰ ਵੀ ਕਮਾਈ ਕਰਦੇ ਆ, ਰਾਤ ਨੂੰ ਵੀ ਕਮਾਈ ਕਰ ਸਕਦੇ ਆ, ਦਿਨੇ ਵੀ ਕਮਾਈ ਕਰ ਸਕਦੇ ਆ। ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ। ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸੱਥ ਹੈ। ਔਰ ਕਹਿ ਰਹੇ ਕਿ ਜਿਹਦੇ ਕੋਲ ਤੂੰ ਲੁਕਾ ਰਿਹਾ ਆ ਉਹ ਤੇਰੇ ਨਾਲ ਹੈਗਾ, ਬਿਲਕੁਲ ਤੇਰੇ ਸਾਥ ਹੈਗਾ, ਤੇਰੇ ਅੰਦਰ ਹੈਗਾ, ਔਰ ਉਹ ਦੇਖ ਰਿਹਾ ਹੈ ਸਾਰਾ ਕੁਛ। ਜੋ ਕੁਛ ਵੀ ਤੂੰ ਕਮਾ ਰਿਹਾ ਆ, ਜੋ ਵੀ ਕੁਛ ਕਰ ਰਿਹਾ ਆ, ਉਹ ਸਾਰਾ ਦਾ ਸਾਰਾ ਆਈ ਵਿਟਨੈਸ ਹੈਗੀ ਭਾਈ। ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ। ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸੱਥ ਹੈ। ਉਹ ਤੇਰੇ ਨਾਲ ਹੀ ਹੈਗਾ ਔਰ ਦੇਖ ਰਿਹਾ ਹੈ ਸਾਰਾ ਕੁਛ। ਸੰਗ ਦੇਖੇ ਕਰਨ ਹਾਰਾ ਕਾਏ ਪਾਪ ਕਮਾਈਏ। ਕਹਿੰਦੇ ਫਿਰ ਤੂੰ ਪਾਪ ਕਿਉਂ ਕਰਦਾ ਹੈ, ਫਿਰ ਤੂੰ ਕਿਉਂ ਮਾੜਾ ਵਰਤਦਾ ਹੈ, ਫਿਰ ਤੂੰ ਕਿਉਂ ਨਹੀਂ ਜਿਹੜਾ ਹੈਗਾ ਕੁਛ ਵੀ ਕਰਨ ਲੱਗੇ ਪਹਿਲਾਂ ਜਿਹੜਾ ਹੈਗਾ ਬੁੱਧੀ ਨੂੰ ਸਾਹਮਣੇ ਲਿਆਉਂਦਾ ਹੈ, ਕਿਉਂ ਭਾਵਨਾ ਦੇ ਵਿੱਚ ਬਹਿ ਜਾਣਾ ਹੈ ਫਿਰ ਤੂੰ। ਸੰਗ ਦੇਖੇ ਕਰਨ ਹਾਰਾ ਕਾਏ ਪਾਪ ਕਮਾਈਏ। ਦੇਖੋ ਆਪਸ਼ਨ ਹੈਗਾ, ਮਹਾਰਾਜ ਆਪਾਂ ਨੂੰ ਵਾਰਨਿੰਗ ਦੇ ਰਹੇ, ਆਪਾਂ ਨੂੰ ਚੇਤਾਵਨੀ ਦੇ ਰਹੇ, ਆਪਾਂ ਨੂੰ ਸਮਝਾ ਰਹੇ ਆ ਬਈ ਤੇਰੇ ਕੋਲ ਤੀਰ ਚਲਾਉਣ ਤੋਂ ਪਹਿਲਾਂ ਤੇਰੇ ਕੋਲ ਸਮਾਂ ਹੈਗਾ, ਚਲਾਉਣਾ ਹੈ ਕਿ ਨਹੀਂ ਚਲਾਉਣਾ ਹੈਗਾ, ਸਾਰੀ ਆਪਸ਼ਨ ਹੈਗੀ ਤੇਰੇ ਕੋਲ। ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ। ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸੱਥ ਹੈ। ਸੰਗ ਦੇਖੈ ਕਰਨ ਹਾਰਾ ਕਾਏ ਪਾਪ ਕਮਾਈਏ। ਸੁਕ੍ਰਿਤ ਕੀਜੈ ਨਾਮ ਲੀਜੈ ਨਰ ਕੇ ਮੂਲ ਨਾ ਜਾਈਏ। ਤੂੰ ਸੁਕ੍ਰਿਤ ਵੀ ਕਰ ਸਕਦਾ ਹੈ, ਚੰਗੇ ਕਰਮ ਵੀ ਕਰ ਸਕਦਾ ਹੈ, ਪੁੰਨ ਵੀ ਬੀਜ ਸਕਦਾ ਹੈ, ਨਾਮ ਵੀ ਲੈ ਸਕਦਾ ਹੈ। ਪਰਮੇਸ਼ਰ ਦਾ ਨਾਮ ਜਿਹੜਾ ਹੈਗਾ
ਨਾਮ ਦੇ ਵੱਲ ਵੀ ਜਿਹੜਾ ਹੈਗਾ ਸਵਾਸ ਲਗਾ ਸਕਦਾ ਹੈ। ਨਾਮ ਪਦਾਰਥ ਦੇ ਵਾਸਤੇ ਉਹ ਵੀ ਲੈ ਸਕਦਾ ਹੈ ਤੂੰ, ਤੇਰੇ ਮਰਜ਼ੀ ਦੇ ਉੱਤੇ ਹੈਗਾ। ਇਸੇ ਵਾਸਤੇ ਜਿਹੜਾ ਮਨੁੱਖ ਸਰੀਰ ਦਿੱਤਾ ਹੈ, ਆਪਸ਼ਨ ਆਪਣੀ ਹੈਗੀ ਆ, ਕਿੱਧਰ ਨੂੰ ਜਾਣਾ ਹੈ, ਕੀ ਕਰਨਾ ਹੈ। ਦੋਨੋਂ ਪਾਸੇ ਜਿਹੜਾ ਹੈਗਾ, ਦੋਨੋਂ ਪਾਸੇ ਦੀ ਖੇਡ ਹੈਗੀ ਆ। ਸੁਕ੍ਰਿਤ ਵੀ ਹੈਗਾ, ਦੁਕ੍ਰਿਤ ਵੀ ਹੈਗੀ, ਨੈਗੇਟਿਵਿਟੀ ਵੀ ਹੈਗੀ, ਪੋਜ਼ਿਟਿਵਿਟੀ ਹੈਗੀ। ਚੁਆਇਸ ਆਪਣੀ ਹੈਗੀ, ਕੀ ਕਰਨਾ ਚਾਹੁੰਦੇ ਹਾਂ ਆਪਾਂ ਭਾਵਨਾ ਦੇ ਵਿੱਚ ਜਾਣਾ ਚਾਹੁੰਦੇ ਹਾਂ ਜਾਂ ਆਪਾਂ ਬੁੱਧੀ ਦਾ ਇਸਤੇਮਾਲ ਕਰਨਾ ਚਾਹੁੰਦੇ ਹਾਂ, ਜਾਂ ਆਪਾਂ ਜਿਹੜੀ ਹੈਗੀ ਗੁਰੂ ਦੀ ਮੱਤ ਦਾ ਇਸਤੇਮਾਲ ਕਰਨਾ ਚਾਹੁੰਦੇ ਹਾਂ, ਉਹ ਵੀ ਅਵੇਲੇਬਲ ਹੈਗੀ। ਸੁਕ੍ਰਿਤ ਕੀਜੈ ਨਾਮ ਲੀਜੈ ਨਰਕੇ ਮੂਲ ਨਾ ਜਾਈਏ। ਫਿਰ ਜਿਹੜਾ ਹੈਗਾ ਜੂਨਾਂ ਦੇ ਵਿੱਚ, ਨਰਕ ਦੇ ਵਿੱਚ ਨਹੀਂ ਜਾਣਾ ਪਊਗਾ ਭਾਈ। 84 ਲੱਖ ਜੂਨਾਂ ਹੈਗੀਆਂ, ਮੂਲ ਨਾ ਜਾਈਏ, ਬਿਲਕੁਲ ਨਹੀਂ ਜਾਓਗੇ। ਆਪਸ਼ਨ ਤੁਹਾਡੇ ਕੋਲ ਆ, ਚੰਗੇ ਭਾਗ ਬਣਾ ਲਓ, ਮੰਦੇ ਬਣਾ ਲਓ। ਔਰ ਜੋ ਬਣਾਏ ਹੋਏ ਆ ਉਹਨਾਂ ਨੇ ਆਪਾਂ ਨੂੰ ਪ੍ਰਭਾਵਿਤ ਕਰਨਾ ਹੈ। 8 ਪਹਿਰ ਹਰ ਨਾਮ ਸਿਮਰੋ ਚਲਾ ਤੇਰੇ ਸਾਥੇ, ਆ ਵੀ ਆਪਸ਼ਨ ਹੈ ਭਾਈ। 8 ਪਹਿਰ ਜਿਹੜਾ ਹੈਗਾ ਤੂੰ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੇ ਨਾਮ ਵੱਲ, ਮਾਲਕ ਪਰਮਾਤਮਾ ਦੀ ਯਾਦ ਦੇ ਵਿੱਚ, ਉੱਥੇ ਵੀ ਜਿਹੜਾ ਹੈਗਾ ਤੂੰ ਆ ਵੀ ਭਾਗ ਬਣਾ ਸਕਦਾ ਹੈ, ਆ ਵੀ ਬੀਜ ਸਕਦਾ ਹੈ, ਜਿਹੜਾ ਕਿ ਤੇਰੇ ਲੋਕ ਪਰਲੋਕ ਦੇ ਵਿੱਚ ਤੇਰੇ ਕੰਮ ਆਏ। ਚੁਆਇਸ ਤੇਰੀ ਹੈ, ਆਪਸ਼ਨ ਤੇਰਾ ਹੈਗਾ। ਭਜ ਸਾਧ ਸੰਗਤ ਸਦਾ ਨਾਨਕ ਮਿਟੈ ਦੁਖ ਕਮਾਤੇ। ਲਓ, ਜਿਹੜੇ ਪਿਛਲੇ ਸੰਸਕਾਰ ਹੈਗੇ, ਪਿਛਲੇ ਭਾਗ ਮੰਦੇ ਹੈਗੇ ਆ, ਜਿਨ੍ਹਾਂ ਦਾ ਲੇਖਾ ਦੇਣਾ ਹੈਗਾ, ਕਹਿੰਦੇ ਉਹ ਲੇਖਾ ਤੇਰਾ ਨਹੀਂ ਦੇਣਾ ਪਊਗਾ, ਮਿਟ ਜਾਏਗਾ। ਉਹ ਤੇਰੇ ਜਿਹੜੇ ਮੰਦੇ ਭਾਗ ਮਿਟ ਜਾਣਗੇ। ਭਜ ਸਾਧ ਸੰਗਤ, ਸਾਧ ਸੰਗਤ, ਸਾਧੂ ਦੀ, ਗੁਰੂ ਦੀ, ਬ੍ਰਹਮ ਗਿਆਨੀਆਂ ਦੀ ਸੰਗਤ ਦੇ ਵਿੱਚ ਭਜਨ ਕਰਨਾ ਸਿੱਖ ਲਾ। ਭਜ ਸਾਧ ਸੰਗਤ ਸਦਾ ਨਾਨਕ ਮਿਟੈ ਦੁਖ ਕਮਾਤੇ। ਔਰ ਫਿਰ ਜਿਹੜਾ ਹੈਗਾ, ਜਿਹੜਾ ਇਸ ਪਾਸੇ ਆ ਜਾਂਦਾ ਹੈ, ਉਹ ਉਹਦਾ ਹਮੇਸ਼ਾ ਇਹੀ ਕੰਮ ਕਰਦਾ ਹੈ। ਉਹ ਫਿਰ ਜਿਹੜਾ ਸਦਾ ਕਿਉਂ ਲਿਖਿਆ? ਕਿਉਂਕਿ ਅੱਗੇ ਜਿਹੜੇ ਹੈਗੇ ਤੇਰੇ ਮੰਦੇ ਭਾਗ ਨਾ ਆਉਣ, ਤੇਰਾ ਲੇਖਾ ਨਾ ਹੋਏ। ਭਾਗ ਆਪਾਂ ਨੇ ਬਣਾਉਣੇ ਆ ਭਾਈ। ਔਰ ਦਿਨ ਰਾਤ ਜੋ ਕਮਾ ਰਹੇ ਆ ਉਹੀ ਭਾਗ ਆ। ਦਿਨ ਰਾਤ ਕਮਾਏੜੋ ਸੋ ਆਇਓ ਮੱਤ ਹੈ, ਉਹ ਭਾਗ ਬਣ ਕੇ ਆ ਗਿਆ ਭਾਈ। ਭੁਗਤਾਨ ਕਰਨਾ ਪਊਗਾ। ਹੁਣ ਚੰਗਾ ਹੈਗਾ ਤੇ ਚੰਗਾ ਮਿਲੂਗਾ, ਮੰਦਾ ਹੈਗਾ ਤੇ ਮੰਦਾ ਮਿਲੂਗਾ। ਮਰਜ਼ੀ ਹੈਗਾ ਤੇ ਉਹਨਾਂ ਨੂੰ ਉਹਤੇ ਤੇ ਲੀਕ ਮਾਰ ਸਕਦਾ ਹੈ ਤੂੰ। ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥ ਹੈ, ਉਹ ਮਾਲਕ ਨਾਲ ਆ ਤੇਰੇ। ਸੰਗ ਦੇਖੇ ਕਰਨ ਹਾਰਾ ਕਾਹੇ ਪਾਪ ਕਮਾਈ। ਤੇਰੇ ਨਾਲ, ਬਿਲਕੁਲ ਤੇਰੇ ਨਾਲ ਹੈਗਾ। ਤੇਰੀ ਆਤਮਾ ਤੈਨੂੰ ਦੇਖ ਰਹੀ ਹੈ। ਉਹਦੇ ਵਿੱਚ ਹੀ ਲਿਖਿਆ ਜਾ ਰਿਹਾ ਹੈ ਸਾਰਾ ਦਾ ਸਾਰਾ। ਚਿੱਤਰਗੁਪਤ ਸਭ ਲਿਖਤੇ ਲੇਖਾ। ਸੰਗ ਤੇਰੇ ਕਰਨ ਹਾਰਾ ਕਾਹੇ ਪਾਪ ਕਮਾਈਏ। ਸੁਕ੍ਰਿਤ ਕੀਜੇ ਨਾਮ ਲੀਜੇ ਨਰਕ ਮੂਲ ਨਾ ਜਾਈਏ। ਆਪਸ਼ਨ ਆਪਣਾ ਹੈ ਭਾਈ। ਸੁਕ੍ਰਿਤ ਕਰ ਸਕਦੇ ਹਾਂ, ਨਾਮ ਵੱਲ ਨੂੰ ਜਾ ਸਕਦੇ ਹਾਂ, ਧਿਆਨ ਸਿਮਰਨ ਕਰ ਸਕਦੇ ਹਾਂ, ਅਤੇ ਆਪਣੇ ਜਿਹੜੇ ਮੰਦੇ ਭਾਗ ਬਿਲਕੁਲ ਜਿਹੜੇ ਹੈਗੇ ਹੋਣਗੇ ਹੀ ਨਹੀਂ। ਨਰਕ 'ਚ ਜਾਵਾਂਗੇ ਹੀ ਨਹੀਂ, ਜੂਨਾਂ ਦੇ ਵਿੱਚ ਜਾਵਾਂਗੇ ਹੀ ਨਹੀਂ। 8 ਪਹਿਰ ਹਰ ਨਾਮ ਸਿਮਰੋ ਚਲੈ ਤੇਰਾ ਸਾਥੇ। ਇਸ ਕਰਕੇ ਮਹਾਰਾਜ ਕਹਿ ਰਹੇ ਭਾਈ, ਪਰਮੇਸ਼ਰ ਦੇ ਨਾਮ ਵੱਲ ਲੱਗ ਜਾ, ਤੇਰੇ ਨਾਲ ਜਾਊਗਾ ਲੋਕ ਪਰਲੋਕ ਦੇ ਵਿੱਚ, ਔਰ ਤੇਰੀ ਸਾਰੀ ਦੀ ਸਾਰੀ ਲਿਖਤ ਖਤਮ ਹੋ ਜਾਏਗੀ। ਭਜ ਸਾਧ ਸੰਗਤ ਸਦਾ ਨਾਨਕ ਮਿਟੈ ਦੁਖ ਕਮਾਤੇ। ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ, ਸਾਧ ਸੰਗਤ ਕੀ ਹੈਗੀ? ਸਾਧ ਸੰਗਤ ਹੈਗੀ ਬ੍ਰਹਮ ਗਿਆਨ। ਸਾਧੂ ਦੀ ਸੰਗਤ ਕੀ ਹੈਗੀ? ਸਾਧੂ ਦੀ ਸੰਗਤ ਜਿਹੜੀ ਹੈਗੀ ਗਿਆਨ ਹੈਗਾ ਭਾਈ। ਭਜ ਸਾਧ ਸੰਗਤ ਸਦਾ ਨਾਨਕ ਮਿਟੈ ਦੁਖ ਕਮਾਤੇ। ਔਰ ਫਿਰ ਜਿਹੜਾ ਹੈਗਾ ਤੇਰੇ ਮੰਦੇ ਭਾਗ ਜਿਹੜੇ ਹੈਗੇ, ਤੇਰੀ ਮੰਦੀ ਲਿਖਤ ਹੋਏਗੀ ਨਹੀਂ, ਔਰ ਜੋ ਹੈਗੀ ਆ ਉਹ ਮਿਟ ਜਾਏਗੀ। ਵੱਲ ਵੰਚ ਕਰ। ਅਸੀਂ ਜਿਹੜਾ ਦੁਬਾਰਾ ਜਿਹੜਾ ਹੈਗਾ ਰਿਪੀਟ ਕੀਤਾ, ਕਿਉਂਕਿ ਨਵੇਂ ਆਏ ਜਿਹੜੇ ਹੈਗੇ। ਇਹ ਟੌਪਿਕ ਬਹੁਤ ਹੀ ਜ਼ਬਰਦਸਤ ਹੈਗਾ, ਅਤੇ ਮਨ 'ਚ ਹੁੰਦਾ ਹੈ ਵੀ ਹਰ ਇੱਕ ਜਿਹੜਾ ਹੈਗਾ ਇਸ ਦਾ ਲਾਭ ਲੈ ਲੇ। ਵੱਲ ਵੰਚ ਕਰ ਉਧਰ ਭਰੈ
ਮੂਰਖ ਗਵਾਰਾ। ਕਹਿੰਦੇ ਤੂੰ ਜਿਹੜਾ ਠੱਗੀਆਂ ਮਾਰ ਮਾਰ ਕੇ ਕੀ ਕਰਦਾ ਹੈ? ਸਰੀਰ ਨੂੰ ਜਿਹੜਾ ਸਰੀਰ ਦੀ ਪੂਰਤੀ ਕਰ ਰਿਹਾ ਹੈ, ਬਸ ਢਿੱਡ ਨੂੰ ਜਿਹੜਾ ਹੈਗਾ ਸਵਾਦਾਂ ਦੇ ਵਿੱਚ ਜਿਹੜਾ ਹੈਗਾ ਸਵਾਦ ਹੀ ਹੈਗੇ ਸਾਰੇ ਦੇ ਸਾਰੇ, ਭੁੱਖ ਤਾਂ ਬਹੁਤ ਘੱਟ ਹੁੰਦੀ ਹੈ। ਵਲਵੰਚ ਕਰ ਉਧਰ ਪਰ ਹੈ ਮੂਰਖ ਗਵਾਰਾ। ਕਹਿੰਦੇ ਮੂਰਖਿਆਂ ਤੇ ਗਵਾਰ ਹੈਗਾ ਹੈ, ਨਾਲੇਜ ਵੀ ਨਹੀਂ ਹੈਗਾ ਤੈਨੂੰ, ਔਰ ਜਿਹੜਾ ਹੈਗਾ ਨਾਲੇਜ ਲੈਣਾ ਵੀ ਨਹੀਂ ਚਾਹੁੰਦਾ। ਸਭ ਕੁਛ ਦੇ ਰਿਹਾ ਹਰ ਦੇਵਨਹਾਰਾ। ਉਹ ਮਾਲਕ ਪਰਮਾਤਮਾ ਜਿਹੜਾ ਜੋ ਤੈਨੂੰ ਮਿਲਣਾ ਹੈ ਮਿੱਤਰਾ, ਮਾਇਆ ਦੁਨੀਆ ਦੇ ਪਦਾਰਥ ਮਾਇਕ ਜੋ ਕੁਛ ਵੀ ਮਿਲਣਾ ਹੈ ਪਰਮਾਤਮਾ ਦੇ ਨਾਮ ਤੋਂ ਇਲਾਵਾ, ਉਹ ਸਾਰਾ ਕੁਛ ਜਿਹੜਾ ਹੈਗਾ ਬਗੈਰ ਤੇਰੇ ਜਿਹੜੇ ਹੈਗੇ ਵੱਲ ਛਲ ਕਰਨ ਦੇ ਵੀ ਉਹ ਦੇ ਤੈਨੂੰ ਮਿਲ ਜਾਣਾ ਹੈ। ਵੱਲ ਵੰਚ ਕਰ ਉਧਰ ਪਰੇ ਮੂਰਖ ਗਵਾਰਾ। ਸਭ ਕੁਛ ਦੇ ਰਿਹਾ ਹਰ ਦੇਵਨਹਾਰਾ। ਔਰ ਜੋ ਤੂੰ ਠੱਗੀਆਂ ਮਾਰ ਕੇ ਵੱਲ ਵੰਚ ਕਰਕੇ ਕਰ ਰਿਹਾ ਆ, ਉਹ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਲੇਖਾ ਬਣ ਗਿਆ। ਦਾਤਾਰ ਸਦਾ ਦਿਆਲ ਸੁਆਮੀ ਕਾਹੇ ਮਨੋਂ ਵਿਸਾਰੀਏ। ਕਿਉਂ? ਉਹ ਤਾਂ ਦਾਤਾ ਹੈ, ਹਮੇਸ਼ਾ ਹੀ ਦਿਆਲ ਹੈਗਾ। ਉਸ ਨੂੰ ਮਨ ਚੋਂ ਕਿਉਂ ਵਿਸਾਰਦੇ ਆ ਆਪਾਂ? ਕਿਉਂ ਵਿਸਾਰੀਏ ਉਸ ਨੂੰ ਆਪਣੇ ਮਨ ਤੋਂ? ਕਿਉਂ ਨਾ ਉਹਨੂੰ ਯਾਦ ਰੱਖੀਏ? ਕਿਉਂ ਨਾ ਉਹ ਕੰਮ ਕਰੀਏ ਜਿਸ ਕੰਮ ਵਾਸਤੇ ਆਪਾਂ ਨੂੰ ਭੇਜਿਆ ਹੈ? ਮਿਲ ਸਾਧ ਸੰਗੇ ਭਜ ਨਿਸੰਗੇ ਕੁਲ ਸਮੂਹਾਂ ਤਾਰੀਏ। ਕਹਿੰਦੇ ਗੁਰੂ ਦੀ ਸੰਗਤ, ਸਾਧ ਸੰਗਤ ਦੇ ਵਿੱਚ ਉਸ ਮਾਲਕ ਨੂੰ ਨਿਸੰਗ, ਬਿਲਕੁਲ ਕੋਈ ਮਨ 'ਚ ਸ਼ੰਕਾ ਨਾ ਲੈ ਕੇ ਆ, ਉਹਦਾ ਭਜਨ ਕਰ, ਤੂੰ ਤਰ ਜਾਏਗਾ। ਔਰ ਨਾਲ ਦੇ ਸੰਗੀ ਜਿਹੜੇ ਆ ਕੁੱਲ ਸਾਰਾ ਕੁੱਲ ਨੂੰ ਤਾਰ ਦੇਂਗਾ ਭਾਈ। ਸਿੱਧ ਸਾਧਕ ਦੇਵ ਮੁਨ ਜਨ ਭਗਤ ਨਾਮ ਆਧਾਰਾ। ਕੋਈ ਵੀ ਹੋਏ, ਸਿੱਧ ਹੋਏ, ਸਾਧਕ ਹੋਏ, ਦੇਵ ਹੋਏ, ਦੇਵਤਾ ਹੋਏ, ਮੁਨੀ ਹੋਏ, ਕੋਈ ਭਗਤ ਜਨ ਹੋਏ, ਕੋਈ ਵੀ ਹੋਏ, ਉਹ ਕਹਿੰਦੇ ਨਾਮ ਆਧਾਰ ਆ ਭਾਈ। ਨਾਮ ਦਾ ਆਸਰਾ ਲੈਣਾ ਪਊਗਾ। ਉਹੀ ਭਗਤ ਆ, ਉਹੀ ਸਿੱਧ ਸਾਧਕ ਹੈਗਾ, ਉਹੀ ਦੇਵਤਾ ਹੈਗਾ, ਉਹੀ ਮੁਨੀ ਹੈਗਾ ਜਿਹਦੇ ਕੋਲ ਨਾਮ ਦਾ ਆਧਾਰ ਹੈਗਾ। ਸਿੱਧ ਸਾਧਕ ਦੇਵ ਮੁਨ ਜਨ ਭਗਤ ਨਾਮ ਆਧਾਰਾ। ਬਿਨਵੰਤ ਨਾਨਕ ਸਦਾ ਭਜੀਏ ਪ੍ਰਭ ਏਕ ਕਰਨੇ ਹਾਰਾ। ਇਸ ਕਰਕੇ ਮਹਾਰਾਜ ਬੇਨਤੀ ਕਰ ਰਹੇ ਆ ਕਿ ਭਾਈ ਉਸ ਮਾਲਕ ਪਰਮਾਤਮਾ ਦਾ ਭਜਨ ਹਮੇਸ਼ਾ ਕਰਨਾ ਚਾਹੀਦਾ ਹੈ, ਕਿਉਂਕਿ ਉਹੀ ਇੱਕ ਹੈਗਾ ਸਾਰਾ ਕੁਛ, ਸਾਰੀ ਖੇਡ, ਸਾਰੀ ਜੋ ਕੁਛ ਵੀ ਦੁਨੀਆ ਦੇ ਵਿੱਚ ਹੈਗਾ, ਸਾਰੇ ਦੇ ਸਾਰੇ ਨੂੰ ਕਰਨ ਵਾਲਾ, ਰਚਣ ਵਾਲਾ ਉਹੀ ਮਾਲਕ ਪਰਮਾਤਮਾ ਹੈਗਾ। ਤੀਸਰਾ ਬੰਦ, ਖੋਟ ਨਾ ਕੀਚਈ ਪ੍ਰਭ ਪਰਖਣ ਹਾਰਾ। ਦੇਖ ਲਾ ਪਿਆਰਿਆ, ਨਾ ਠੱਗੀ ਮਾਰ, ਨਾ ਖੋਟ ਕਰ, ਨਾ ਮਿਲਾਵਟ ਪਾ। ਮਾਲਕ ਨੇ ਫਿਰ ਜਿਹੜਾ ਹੈਗਾ ਉੱਥੇ ਖੋਟ ਕੱਢ ਦੇਣੀ ਹੈ ਤੇਰੀ, ਫੜ ਲੈਣਾ ਤੈਨੂੰ ਧਰਮਰਾਜ ਨੇ। ਮਾਲਕ ਪਰਖਣ ਵਾਲਾ ਹੈ। ਖੋਟ ਨਾ ਕੀਚਈ ਪ੍ਰਭ ਪਰਖਣ ਹਾਰਾ। ਉਹਦੇ ਸਿਸਟਮ ਦੇ ਵਿੱਚ ਭਾਈ ਉਹਦੀ ਐਕਸਰੇ ਜਿਹੜੀ ਹੈਗੀ, ਉਹਦੇ ਵਿੱਚੋਂ ਦੀ ਕੁਛ ਵੀ ਚੀਜ਼ ਜਿਹੜੀ ਹੈਗੀ, ਕੋਈ ਵੀ ਜਿਹੜੀ ਹੈਗੀ ਖੋਟ ਨਹੀਂ ਜਾ ਸਕਦੀ। ਖੋਟ ਨਾ ਕੀਚਈ ਪ੍ਰਭ ਪਰਖਣ ਹਾਰਾ। ਕੂੜ ਕਪਟ ਕਮਾਵੰਦੜੇ ਜਨਮੈ ਸੰਸਾਰਾ। ਤੇਰੀ ਮਰਜ਼ੀ ਆ ਪਿਆਰਿਆ, ਝੂਠ ਦੇ ਨਾਲ, ਕਪਟ ਦੇ ਨਾਲ, ਖੋਟ ਦੇ ਨਾਲ ਜਿਹੜੇ ਵੀ ਕਰਦੇ ਆ ਖੋਟ, ਉਹ ਕਹਿੰਦੇ ਆ ਸੰਸਾਰ ਦੇ ਵਿੱਚ ਜਨਮ ਦੇ ਮਰਦੇ ਰਹਿੰਦੇ। ਇਹ ਭੌਜਲ ਦੇ ਵਿੱਚ ਜਿਹੜੇ ਹੈਗੇ ਇਹਦੇ ਵਿੱਚ ਹੀ ਗੋਤੇ ਖਾਏ ਜਾਂਦੇ ਆ। 84 ਲੱਖ ਜੂਨਾਂ ਹੈਗੀਆਂ। ਕੂੜ ਕਪਟ ਕਮਾਵੰਦੜੇ ਜਨਮੈ ਸੰਸਾਰਾ। ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਿਆਇਆ। ਆਪਸ਼ਨ ਆਹੀ ਇੱਕ ਹੈਗੀ ਪਾਏ। ਉਹਨਾਂ ਨੇ ਸੰਸਾਰ ਸਮੁੰਦਰ ਤੋਂ ਉਹੀ ਪਾਰ ਲੰਘਦੇ ਆ ਜਿਨ੍ਹਾਂ ਨੇ ਉਸ ਮਾਲਕ ਪਰਮਾਤਮਾ ਦੀ ਸ਼ਰਨ ਲਈ, ਉਹਦਾ ਧਿਆਨ ਕੀਤਾ। ਜਿਹੜਾ ਨਹੀਂ ਦਿਸ ਰਿਹਾ, ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਉਸ ਦਾ ਧਿਆਨ ਕਰਨਾ ਹੈ। ਦੇਖੋ ਕਿੰਨਾ ਔਖਾ ਕੰਮ ਹੈਗਾ। ਕੂੜ, ਕਿਉਂਕਿ ਇਹਦੇ ਵਿੱਚ ਤਾਂ ਜਰਾ ਵੀ ਜਿਹੜਾ ਚਾਂਸ ਨਹੀਂ, ਮਾੜੀ ਜੀ ਜਿਹੜਾ ਹੈਗਾ, ਇਹ ਤਾਂ ਤਲਵਾਰ ਦੀ ਧਾਰ ਦੇ ਉੱਤੇ ਤੁਰਨਾ ਹੈਗਾ ਭਾਈ। ਕੂੜ ਕਪਟ ਕਮਾਵੰਦੜੇ ਜਨਮੈ ਸੰਸਾਰਾ। ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਿਆਇਆ। ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ।
ਕੀ ਕਰਦਾ ਹੈ ਉਹ, ਕਿਹੜਾ ਤਰਦਾ ਹੈ? ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਮਾਲਕ ਨੇ ਪਾਏ ਹੋਏ ਆ, ਇਹਨਾਂ ਨੂੰ ਜਿੱਤ ਲੈਂਦਾ ਹੈ, ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਅਨਿੰਦ, ਨਿੰਦਾ ਤਾਂ ਹੋ ਗਈ ਭਾਈ, ਕਿਸੇ ਦੀ ਨਿੰਦਾ ਕਰਨੀ। ਅਨਿੰਦ ਕੀ ਹੋ ਗਈ? ਅਨਿੰਦ ਹੋ ਗਈ ਭਾਈ, ਨਿੰਦਾ ਨਹੀਂ ਤੇ ਕੀ ਹੈ ਫਿਰ ਉੱਥੇ ਜਿਹੜਾ ਹੈਗਾ ਫਿਰ ਕਿਸੇ ਦੀ ਜਿਹੜੀ ਹੈਗੀ ਉਸਤਤੀ ਹੈਗੀ। ਕਹਿੰਦੇ ਉਸਤਤੀ ਵੀ ਜਿਹੜੀ ਹੈਗੀ ਉਹ ਵੀ ਖਤਰਨਾਕ, ਉਹ ਵੀ ਛੱਡਣੀ ਪਊਗੀ। ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ, ਉਹ ਜਿੱਤ ਜਾਂਦਾ ਹੈ ਗੇਮ ਨੂੰ, ਉਹੀ ਤਰ ਜਾਂਦੇ ਸੰਸਾਰ ਸਾਗਰ ਤੋਂ। ਜਿਨੀ ਏਕ ਤੇ ਆਇਆ ਜਲ ਥਲ ਮਹੀਲ ਰਵਿਆ ਸੁਆਮੀ, ਊਚ ਅਗਮ ਅਪਾਰਾ। ਉਹ ਮਾਲਕ ਪਰਮਾਤਮਾ, ਉਹ ਸੁਆਮੀ, ਉਹ ਜਲ ਦੇ ਵਿੱਚ ਵੀ ਹੈਗਾ, ਥਲ ਦੇ ਵਿੱਚ ਵੀ ਹੈਗਾ, ਆਕਾਸ਼ ਦੇ ਵਿੱਚ ਵੀ ਹੈਗਾ, ਔਰ ਸਭ ਤੋਂ ਉੱਚਾ ਹੈਗਾ ਭਾਈ। ਉਹ ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ, ਪਹੁੰਚ ਹੈਗਾ, ਔਰ ਅਪਾਰ ਹੈ, ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਹਦੀ ਸੰਸਾਰ ਦਾ, ਉਹਦੀ ਕੁਦਰਤ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਤੇ ਕਰਤਾਰ ਦਾ ਪਾਰਾਵਾਰ ਕਿਵੇਂ ਪਾਇਆ ਜਾਊਗਾ ਭਾਈ? ਜਿਹੜਾ ਇਹ ਕੁਦਰਤ ਦੇ ਵਿੱਚ ਵੀ ਹੈਗਾ ਔਰ ਕੁਦਰਤ ਤੋਂ ਪਾਰ ਵੀ ਹੈਗਾ। ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ। ਤੇ ਜਿਹੜੇ ਜਨ ਹੁੰਦੇ ਆ ਪਰਮੇਸ਼ਰ ਦੇ ਭਗਤ, ਉਹਨਾਂ ਦੀ ਟੇਕ ਕੀ ਹੁੰਦੀ ਆ? ਪਰਮੇਸ਼ਰ ਦੇ ਚਰਨ, ਉਹਨਾਂ ਪਰਮੇਸ਼ਰ ਦਾ ਧਿਆਨ। ਚਰਨ ਜਿਹੜੇ ਹੈਗੇ ਸ਼ਬਦ ਰੂਪੀ ਚਰਨ ਹੈਗੇ ਭਾਈ ਮਾਲਕ ਦੇ, ਜੋ ਆਪਾਂ ਸਮਰਨ ਕਰ ਰਹੇ ਹਾਂ, ਜੋ ਆਪਾਂ ਧਿਆਨ ਕਰ ਰਹੇ ਹਾਂ। ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ। ਪੇਖ ਹਰ ਚੰਦੌਰੜੀ ਅਸਥਿਰ ਕਿਛ ਨਾਹੀ। ਦੇਖ ਲਾ ਪਿਆਰਿਆ, ਜੋ ਕੁਛ ਵੀ ਦਿਸ ਰਿਹਾ ਹੈ ਤੈਨੂੰ, ਇਹ ਪਰਮੇਸ਼ਰ ਦੀ ਜਿਹੜੀ ਗੰਧਰਵ ਨਗਰੀ ਹੈਗੀ, ਇਹ ਜਿਹੜੀ ਹੈਗੀ ਆ, ਇਹ ਟਰੈਪ ਹੈਗੀ ਆ, ਇਹ ਜਿਹੜੀ ਹੈਗੀ ਮ੍ਰਿਗ ਤ੍ਰਿਸ਼ਨਾ ਹੈਗੀ, ਇਹ ਮਾਇਆ ਹੈਗੀ, ਇਹ ਛਲ ਹੈਗਾ, ਇਹ ਕਪਟ ਹੈਗਾ, ਇਹ ਭਰਮ ਹੈਗਾ, ਇਹ ਧੋਖਾ ਹੈਗਾ। ਪੇਖ ਹਰ ਚੰਦੌਰੜੀ ਅਸਥਿਰ ਕਿਛ ਨਾਹੀ। ਇਹਦੇ ਵਿੱਚ ਕੋਈ ਚੀਜ਼ ਜੋ ਤੈਨੂੰ ਦਿਸ ਰਿਹਾ ਆ, ਉਹ ਚੀਜ਼ ਅਸਥਿਰ ਨਹੀਂ ਹੈ, ਚੇਂਜ ਹੋ ਰਹੀ ਹੈ, ਲਗਾਤਾਰ ਚੇਂਜ ਹੋ ਰਹੀ ਹੈ। ਪੇਖ ਹਰ ਚੰਦੌਰੜੀ ਅਸਥਿਰ ਕਿਛ ਨਾਹੀ, ਮਾਇਆ ਰੰਗ ਚੇਤੇ ਸੇ ਸੰਗ ਨਾ ਜਾਹੀ। ਔਰ ਇੱਕ ਗੱਲ ਹੋਰ ਯਾਦ ਰੱਖ ਲਾ, ਜੋ ਕੁਝ ਦਿਸ ਰਿਹਾ ਆ, ਜੋ ਰੰਗ ਤਮਾਸ਼ੇ, ਜੋ ਦੁਨੀਆ ਤੈਨੂੰ, ਜੋ ਸੱਚ ਤੈਨੂੰ ਨਜ਼ਰ ਆ ਰਿਹਾ ਪੰਜਾਂ ਤੱਤਾਂ ਦਾ, ਇਹਦੇ ਵਿੱਚ ਕੁਛ ਵੀ ਤੇਰੇ ਨਾਲ ਨਹੀਂ ਜਾਣਾ, ਇਨਕਲੂਡਿੰਗ ਯੋਰ ਬਾਡੀ। ਪੇਖ ਹਰ ਚੰਦੌਰੜੀ ਅਸਥਿਰ ਕਿਛ ਨਾਹੀ, ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ। ਹਰ ਸੰਗ ਸਾਥੀ ਸਦਾ ਤੇਰੇ ਦਿਨ ਸਰੈਣ ਸੰਭਾਲੀਏ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹੀ ਤੇਰਾ ਸਾਥੀ ਹੈਗਾ, ਔਰ ਉਹ ਦਿਨ ਰਾਤ ਤੇਰੇ ਨਾਲ ਹੈਗਾ ਭਾਈ, ਦਿਨ ਰਾਤ ਤੇਰੇ ਨਾਲ ਹੈਗਾ ਮਾਲਕ ਪਰਮਾਤਮਾ। ਔਰ ਤੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਸਿਆਣਦਾ ਹੀ ਨਹੀਂ ਹੈਗਾ। ਹਰ ਸੰਗ ਸਾਥੀ ਸਦਾ ਤੇਰੇ ਦਿਨ ਸਰੈਣ ਸੰਭਾਲੀਏ। ਦਿਨ ਰਾਤ ਕਹਿੰਦੇ ਉਹਦੀ ਸੰਗਤ ਕਰਦੇ ਰਹਿ, ਉਹਨੂੰ ਹਿਰਦੇ 'ਚ ਸੰਭਾਲ। ਔਖੀ ਖੇੜਿਆ ਦੇਖ ਲਓ ਭਾਈ, ਜਿਹੜਾ ਨਹੀਂ ਦਿਸ ਰਿਹਾ ਔਰ ਨਾਲ ਹੈਗਾ, ਉਹਨੂੰ ਹਿਰਦੇ 'ਚ ਸੰਭਾਲਣਾ ਹੈਗਾ। ਇਹਦੇ ਵਾਸਤੇ ਤਾਂ ਬਿਲਕੁਲ ਆਪਾਂ ਨੂੰ ਜਿਹੜਾ ਹੈਗਾ ਉਹ ਤਰੀਕਾ ਜਿਹੜਾ ਹੈਗਾ ਉਹ ਬਿਲਕੁਲ ਸੇਮ ਜਿਹੜਾ ਹੈਗਾ ਉਹ ਕਰਨਾ ਪਊਗਾ ਭਾਈ, ਹੋਰ ਕੋਈ ਆਪਸ਼ਨ ਨਹੀਂ ਹੈਗਾ। ਹਰੇਕ ਬਿਨ ਕਛ ਅਵਰ ਨਾਹੀ, ਭਾਵ ਦੁਤੀਆ ਜਾਲੀਏ। ਕਹਿੰਦੇ ਉਸ ਤੋਂ ਬਗੈਰ ਕਹਿੰਦੇ ਹੋਰ ਕੁਛ ਵੀ ਨਹੀਂ ਹੈਗਾ। ਜੋ ਕੁਛ ਦਿਸ ਰਿਹਾ ਹੈ ਇਹ ਡੁਐਲਿਟੀ ਹੈਗੀ, ਇਹ ਪਿਆਰ ਭਾਵ, ਇਹਦੇ ਨਾਲ ਜਿਹੜਾ ਹੈਗਾ ਪਿਆਰ ਲਾਉਣਾ ਦੁਨੀਆ ਦੇ ਨਾਲ, ਆਕਾਰ ਦੇ ਨਾਲ, ਪਦਾਰਥਾਂ ਦੇ ਨਾਲ, ਸੰਸਾਰ ਦੇ ਨਾਲ ਜਿਹੜਾ ਹੈਗਾ, ਜੋ ਸਾਖ ਸੰਬੰਧੀ ਸਗੇ ਜਿਹੜੇ ਹੈਗੇ ਆ, ਕਹਿੰਦੇ ਭਾਈ ਭਾਵ ਦੁਤੀਆ ਹੈਗਾ, ਇਹਨੂੰ ਸਾੜਨਾ ਪਊਗਾ। ਭਾਵਨਾ ਜਿਹੜੀ ਹੈ ਮਨ ਦੀ, ਇਹਨੂੰ ਕੰਟਰੋਲ ਕਰਨਾ ਪਊਗਾ। ਹਰੇਕ ਬਿਨ ਕਛ ਅਵਰ ਨਾਹੀ, ਸਿਰਫ ਭਾਵਨਾ ਹੈ, ਖਿੱਚ ਬਣੇਗੀ ਪਦਾਰਥਾਂ ਦੀ, ਆਕਾਰ ਦੀ। ਹਰੇਕ ਬਿਨ ਕਛ ਅਵਰ ਨਾਹੀ, ਉਹਦੇ ਵਿੱਚ ਆਪਾਂ ਨੂੰ ਕਰਤਾਰ ਨੂੰ ਦੇਖਣਾ ਪਊਗਾ। ਹਰੇਕ ਬਿਨ ਕਛ ਅਵਰ ਨਾਹੀ, ਭਾਵ ਦੁਤੀਆ ਜਾਲੀਏ। ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ। ਦੇਖ ਲਓ ਭਾਈ, ਕਹਿੰਦੇ ਜਿਹੜੇ ਵੀ ਮਿੱਤਰ, ਜਵਾਨੀ, ਧਨ ਦੌਲਤ, ਮਾਲ, ਸਾਰਾ ਕੁਛ
ਜੋ ਕੁਛ ਵੀ ਹੈਗਾ, ਸਾਰਾ ਕੁਛ ਜਿੱਥੇ ਵੀ ਤੇਰਾ ਅਟੈਚਮੈਂਟ ਹੈਗੀ ਆ, ਸਾਰਾ ਦਾ ਸਾਰਾ ਪ੍ਰਭ ਏਕ ਕਰ ਮਨ ਮਾਹੀ, ਉਹੀ ਹੈਗਾ ਮਾਲਕ ਪਰਮਾਤਮਾ। ਆ ਆਪਣੇ ਮਨ ਦੇ ਵਿੱਚ ਧਾਰ ਲਾ, ਆਪਣੇ ਮਨ ਦੇ ਵਿੱਚ ਧਾਰ ਲਾ ਪਿਆਰਿਆ। ਮਿੱਤਰ, ਜੋਬਨ, ਮਾਲ, ਸਰਬਸ, ਸਾਰਾ ਕੁਛ ਉਹ ਮਾਲਕ ਪਰਮਾਤਮਾ ਹੀ ਹੈਗਾ। ਬਿਨਵੰਤ ਨਾਨਕ ਵਡ ਭਾਗ ਪਾਈਐ, ਸੁਖ ਸਹਿਜ ਸਮਾਹੀ। ਵੱਡੇ ਭਾਗ ਹੋ ਜਾਂਦੇ ਆ ਭਾਈ। ਮਹਾਰਾਜ ਬੇਨਤੀ ਕਰ ਰਹੇ ਆ, ਉਹ ਮਾਲਕ ਪਰਮਾਤਮਾ ਸਾਕਾਰ ਹੋ ਜਾਂਦਾ ਹੈ। ਸੁੱਖ ਦੇ ਵਿੱਚ ਸਹਿਜ ਅਵਸਥਾ ਆ ਜਾਂਦੀ ਹੈ, ਸਮਾ ਜਾਂਦਾ ਇਨਸਾਨ, ਖੇਡ ਪੂਰੀ ਹੋ ਜਾਂਦੀ ਹੈ, ਯਾਤਰਾ ਪੂਰੀ ਹੋ ਜਾਂਦੀ ਹੈ। ਬਿਨਵੰਤ ਨਾਨਕ ਵਡ ਭਾਗ ਪਾਈਏ, ਸੁਖ ਸਹਿਜ ਸਮਾਹੀ। ਆਖਰੀ ਆ ਗਿਆ ਜੀ, ਆਖਰੀ ਛੰਤ ਲੜੀ ਦਾ 5ਵਾਂ ਮੋਤੀ, 14ਵਾਂ, 5ਵੀਂ ਪਾਤਸ਼ਾਹੀ ਦਾ। ਦੇਖੋ ਆਖਰੀ ਦੇ ਵਿੱਚ ਕਿਵੇਂ ਮਹਾਰਾਜ ਜਿਹੜੇ ਹੈਗੇ ਸਾਰੀ ਖੇਡ ਨੂੰ ਸਮੇਟ ਦਿੰਦੇ, ਸਾਰਾ ਗਿਆਨ ਜੋ ਹੈਗਾ ਪੂਰੇ ਦੇ ਪੂਰੇ ਆਖਰੀ ਛੰਤ ਦੇ ਵਿੱਚ ਕੀ ਗਿਆਨ ਦੇ ਰਹੇ ਆਪਾਂ ਨੂੰ। ਲੜੀ ਦਾ ਆਖਰੀ ਮੋਤੀ, ਆਸਾ ਮਹੱਲਾ 5ਵਾਂ, ਛੰਤ ਕਰ 8ਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਮਲਾ ਪ੍ਰੰਪੀਤ, ਕਮਲਾ ਪ੍ਰੰਪੀਤ ਹੈ, ਤੀਖਣ ਮਦ ਵਿਪਰੀਤ ਹੈ, ਅਵਧ ਅਕਾਰਥ ਜਾਤ। ਕਮਾ ਲਿਆ ਜੀ, ਕਮਾ ਲਿਆ। 8 ਜਿਹੜੇ ਹੈਗੇ ਘਰ ਹੈਗੇ ਇਹਦੇ, 7 ਜਗ੍ਹਾ ਤੇ ਵਿਸ਼ਰਾਮ ਕਰਨਾ ਪਊਗਾ। ਕਮਲਾ ਕੀ ਹੈ? ਕਮਲਾ ਮਾਇਆ, ਜੋ ਦਿਸ ਰਿਹਾ ਆ, ਜੋ ਦਿਸ ਰਹੀ, ਜੋ ਮਾਲਕ ਨੇ ਜੋ ਕੁਛ ਆਪਣਾ ਆਕਾਰ ਹੈਗਾ, ਜੋ ਦਿਸ ਰਿਹਾ ਆਪਾਂ ਨੂੰ, ਇਹ ਕਹਿੰਦੇ ਧੋਖਾ ਹੈਗਾ। ਕਮਲਾ ਭ੍ਰਮ, ਪੀਤ ਕਹਿੰਦੇ ਕੰਧ, ਤੇਰੇ ਔਰ ਮਾਲਕ ਦੇ ਵਿੱਚ ਕੰਧ ਆ, ਆਹੀ ਕੰਧ ਹੈਗੀ ਆ। ਕਮਲਾ ਭ੍ਰਮ ਪੀਤ, ਕਮਲਾ ਭ੍ਰਮ ਪੀਤ ਹੈ। ਸਮਝ ਲਾ ਮੇਰੇ ਮਨਾ, ਸਮਝ ਲਾ, ਤੇਰੇ ਔਰ ਮਾਲਕ ਦੇ ਵਿੱਚ ਆ ਭਰਮ ਦੀ ਕੰਧ ਹੈਗੀ ਆ। ਇਹ ਮਾਇਆ ਜੇ ਤੂੰ ਆਕਾਰ ਦੇ ਨਾਲ, ਸੰਸਾਰ ਦੇ ਨਾਲ ਆਪਣਾ ਪ੍ਰੀਤ ਲਾ ਲਈ ਤੇ ਸਮਝ ਲਾ ਤੇ ਕੰਧ ਜਿਹੜੀ ਹੈਗੀ ਵਿਚਾਲੇ ਆ ਗਈ। ਕਮਲਾ ਬ੍ਰਹਮਪੀਤ, ਕਮਲਾ ਬ੍ਰਹਮਪੀਤ ਹੈ। ਤੀਖਣ, ਬਹੁਤ ਹੀ ਇਹਦੇ ਵਿੱਚ ਖਿੱਚ ਜ਼ਿਆਦਾ ਹੈਗੀ, ਬਹੁਤ ਖਿੱਚ ਜ਼ਿਆਦਾ ਹੈਗੀ, ਇਹਦੀ ਪਾਵਰ ਹੈਗੀ ਮੈਗਨੇਟ ਦੀ ਬਹੁਤ ਜ਼ਿਆਦਾ। ਤੀਖਣ ਮਦ ਵਿਪਰੀਤ ਹੈ, ਇਹਦਾ ਨਸ਼ਾ ਹੈਗਾ, ਪਰ ਮਿੱਤਰਾ ਵਿਪਰੀਤ ਹੈਗਾ। ਇਹ ਮਾਲਕ ਤੋਂ ਦੂਰ ਲੈ ਕੇ ਜਾਂਦਾ ਹੈ, ਉਲਟ ਹੈਗਾ। ਗੇਮ ਤੋਂ ਬਾਹਰ ਨਹੀਂ ਕੱਢ ਸਕਦਾ, ਗੇਮ ਦੇ ਵਿੱਚ ਡੀਪ ਲੈ ਕੇ ਜਾ ਰਿਹਾ ਹੈ। ਔਰ ਇਹਦੇ ਵਿੱਚ ਅਵਧ ਅਕਾਰਥ ਜਾਤ, ਅਵਧ ਤੇਰੀ ਉਮਰ, ਤੇਰੇ ਸਵਾਸ ਗਿਣੇ ਮਿਣੇ ਆ, ਲਿਮਿਟੇਡ ਹੈਗਾ ਤੇਰੇ ਕੋਲ ਸਮਾਂ, ਉਹ ਵਿਅਰਥ ਚਲੇ ਜਾਏਗਾ। ਜਿੰਨਾ ਵੀ ਸਮਾਂ ਤੂੰ ਇਹ ਜਿਹੜਾ ਹੈਗਾ ਇਹ ਤੀਖਣ ਮੱਧ ਵਿਪਰੀਤ ਦੇ ਵਿੱਚ ਲਾਏਗਾ, ਓਨਾ ਸਮਾਂ ਤੇਰਾ ਜਿਹੜਾ ਹੈਗਾ ਤੇਰੇ ਪੇਪਰ ਜਿਹੜਾ ਕਰਨ ਵਾਸਤੇ ਦੁਨੀਆ 'ਚ ਭੇਜਿਆ ਆ, ਉਹਦੇ ਵਿੱਚ ਜਿਹੜਾ ਹੈਗਾ ਵੇਸਟ ਹੋ ਜਾਏਗਾ ਸਮਾਂ। ਕਮਲਾ ਬ੍ਰਹਮਪੀਤ ਹੈ। ਤੀਖਣ ਮਦ ਵਿਪਰੀਤ ਹੈ, ਅਵਧ ਅਕਾਰਥ ਜਾਤ। ਮਹੇਸ਼ਿੰਦਰ ਸਿੰਘ ਜੀ ਜਿਹੜਾ ਨਾ, ਇਹਨੂੰ ਗਿਆਨ ਨੂੰ ਜ਼ਰੂਰ ਪਲੀਜ਼ ਵਾਚ ਲੈਣਾ। ਸਮਾਂ ਇਸ 'ਤੇ ਜਿਹੜਾ ਹੈਗਾ ਸਮਾਂ ਨਾ ਉਹ ਕਰਨਾ, ਇਮੀਡੀਏਟਲੀ ਲੈ ਲੈਣਾ ਇਸ ਨੂੰ, ਬਹੁਤ ਕੀਮਤੀ ਹੈਗਾ ਜੀ। ਠੀਕ ਹੈ ਜੀ। ਹਾਂ, ਕਮਲਾ ਬ੍ਰਹਮਪੀਤ ਹੈ, ਤੀਖਣ ਮਦ ਵਿਪਰੀਤ ਹੈ, ਅਵਧ ਅਕਾਰਥ ਜਾਤ। ਕਹਿੰਦੇ ਕਮਲਾ ਕਹਿੰਦੇ ਮਾਇਆ ਨੂੰ, ਇਹ ਮਾਇਆ ਇਹ ਭਰਮ ਹੈਗਾ ਭਾਈ। ਜੋ ਕੁਛ ਦਿਸ ਰਿਹਾ ਆ, ਆਕਾਰ ਜੋ ਕੁਛ ਵੀ ਦਿਸ ਰਿਹਾ ਆ ਆਪਾਂ ਨੂੰ, ਇਹ ਸਾਰਾ ਦਾ ਸਾਰਾ ਮਾਇਆ ਹੈਗੀ। ਇਹ ਪਰਮੇਸ਼ਰ ਦੀ ਇਹੀ ਖੇਡ ਹੈਗੀ ਆ। ਇਹ ਭਰਮ ਤੇ ਇਹ ਭੀਤ ਹੈਗੀ ਆ, ਇਹ ਕੰਧ ਹੈਗੀ ਆ ਆਪਣੇ ਔਰ ਮਾਲਕ ਦੇ ਵਿਚਾਰ, ਆਪਣੀ ਆਤਮਾ ਔਰ ਸੁਰਤ ਦੇ ਵਿਚਾਲੇ ਆਹੀ ਜਿਹੜੀ ਕੰਧ ਹੈਗੀ, ਇਹੀ ਕੰਧ ਹੈਗੀ। ਔਰ ਇਹਨੇ ਵਿਚਾਰਾਂ ਦੇ ਦੁਆਰਾ ਜਿਹੜਾ ਹੈਗਾ ਆਪਾਂ ਨੂੰ ਇਹਦੇ ਨਾਲ
ਇਹਦੇ ਨਾਲ ਹੀ ਅਟੈਚ ਕਰਨਾ ਹੈ। ਇਹੀ ਸੰਸਾਰ ਹੈਗਾ, ਇਹੀ ਸੰਸਾਰ ਸਮੁੰਦਰ ਹੈਗਾ। ਕਮਲਾ ਪ੍ਰਮ ਪੀਤ ਹੈ, ਤੀਖਣ ਮਦ ਵਿਪਰੀਤ ਹੈ। ਔਰ ਤਿੱਖੀ ਹੈਗੀ ਇਹਦੀ ਖਿੱਚ, ਇਹ ਮਾਇਆ ਦੀ ਖਿੱਚ ਬਹੁਤ ਤਿੱਖੀ ਹੈਗੀ, ਬਹੁਤ ਹੈ ਇਹਦੇ ਅੰਦਰ ਸ਼ਕਤੀ। ਇੱਕਦਮ ਖਿੱਚ ਲੈਂਦੀ ਹੈ, ਬਸ ਜਿਹੜਾ ਅਵੇਸਲਾ ਹੋਇਆ ਇਹਨੇ ਖਿੱਚ ਲੈਣਾ ਉਸੇ ਟਾਈਮ। ਔਰ ਇਹ ਵਿਪਰੀਤ ਮਦ ਹੈਗਾ, ਇਹ ਨਸ਼ਾ ਹੈਗਾ। ਇਨਸਾਨ ਨੂੰ ਜਿਹੜਾ ਹੈਗਾ, ਇਨਸਾਨ ਨੂੰ ਨਸ਼ੇ ਵਾਲਾ ਦੇ ਵਿਚਾਰੇ ਦਾ ਪਤਾ ਹੀ ਨਹੀਂ, ਹੁਣ ਨਸ਼ੇ ਦੇ ਵਿੱਚ ਹੋ ਗਿਆ, ਉਹਨੂੰ ਤਾਂ ਪਤਾ ਹੀ ਨਹੀਂ ਸੱਚ ਔਰ ਝੂਠ ਦਾ, ਕਿਸੇ ਚੀਜ਼ ਦਾ। ਇਸ ਤਰ੍ਹਾਂ ਇਹਨੇ ਜਿਹੜਾ ਹੈਗਾ ਆਪਣੀ ਬੁੱਧੀ ਜਿਹੜੀ ਹੈਗੀ ਖਿੱਚ ਲੈਂਦੀ ਹੈ। ਤੀਖਣ ਮਦ ਵਿਪਰੀਤ ਹੈ, ਇਹ ਵਿਪਰੀਤ ਹੈ, ਮਾਲਕ ਪਰਮਾਤਮਾ ਤੋਂ ਉਲਟ ਪਾਸੇ ਨੂੰ ਲੈ ਕੇ ਜਾਣ ਵਾਲੀ ਹੈ ਜੋ ਉਹਨੇ ਖੇਡ ਪਾਈ ਹੋਈ ਹੈ ਮਾਇਆ। ਅਵਧ ਅਕਾਰਥ ਜਾਤ, ਇਸ ਤਰੀਕੇ ਦੇ ਨਾਲ ਉਮਰ ਜਿਹੜੀ ਹੈਗੀ, ਅਵਧ ਜਿਹੜੀ ਹੈਗੀ ਅਕਾਰਥ ਜਾ ਰਹੀ ਹੈ, ਅਕਾਰਥ ਚਲੇ ਜਾਂਦੀ ਹੈ, ਉਮਰ ਤੇਰੀ ਵੇਸਟ ਹੋ ਜਾਂਦੀ ਹੈ। ਗਹਿਬਰ ਬਨ ਘੋਰ, ਗਹਿਬਰ ਬਨ ਘੋਰ ਹੈ, ਗ੍ਰਹਿ ਮੂਸਤ ਮਨ ਚੋਰ ਹੈ, ਦਿਨ ਕਰੋ ਅਨਦਿਨ ਖਾਤ। ਕਹਿੰਦੇ ਮਾਇਆ ਦੇ ਵਿੱਚ, ਇਹ ਸੰਸਾਰ ਦੇ ਵਿੱਚ, ਇਹ ਆਕਾਰ ਦੇ ਵਿੱਚ ਜਿਹੜਾ ਹੈਗੇ ਐਸਾ ਬਨ ਹੈਗਾ, ਇਹ ਇੰਨਾ ਜੰਗਲ, ਭਿਆਨਕ ਜੰਗਲ ਹੈ, ਘੋਰ ਬਨ ਹੈ, ਇਹ ਤੇ ਰਸਤਾ ਨਹੀਂ ਪਤਾ ਲੱਗਦਾ। ਘੋਰ ਬਨ ਹੈ, ਘੋਰ ਹਨੇਰਾ ਹੈਗਾ। ਗਹਿਬਰ ਬਨ ਘੋਰ, ਗਹਿਬਰ ਬਨ ਘੋਰ ਹੈ, ਗ੍ਰਹਿ ਮੂਸਤ ਮਨ ਚੋਰ ਹੈ। ਕਹਿੰਦੇ ਘਰ ਨੂੰ ਤੇਰੇ ਨੂੰ ਠੱਗ ਰਿਹਾ ਹੈ। ਕੌਣ ਠੱਗ ਰਿਹਾ ਹੈ? ਕਹਿੰਦੇ ਤੇਰਾ ਮਨ ਹੀ ਠੱਗ ਰਿਹਾ ਹੈ ਤੈਨੂੰ, ਤੇਰੇ ਘਰ ਨੂੰ। ਗ੍ਰਹਿ ਮੂਸਤ ਕਹਿੰਦੇ ਲੁੱਟ ਰਿਹਾ ਹੈ। ਕੌਣ? ਗ੍ਰਹਿ ਮੂਸਤ ਮਨ ਚੋਰ ਹੈ, ਤੇਰਾ ਮਨ ਹੀ ਚੋਰ ਹੈਗਾ, ਉਹੀ ਲੁੱਟੀ ਜਾ ਰਿਹਾ ਤੈਨੂੰ, ਉਹੀ ਲੁਟਾਉਣ ਦੇ ਵਿੱਚ ਮਦਦ ਕਰ ਰਿਹਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਰਲ ਕੇ ਜਿਹੜਾ ਹੈਗਾ ਲੁਟਾ ਰਿਹਾ ਹੈ ਭਾਈ। ਕੁੱਤੀ ਔਰ ਚੋਰ ਜਿਹੜੇ ਹੈਗੇ, ਕੁੱਤਾ ਜਿਹੜਾ ਰਾਖਾ ਹੈਗਾ, ਉਹ ਤੇ ਚੋਰ ਰਲ ਗਏ ਆ ਦੋਨੋਂ। ਗਹਿਬਰ ਬਨ ਘੋਰ ਹੈ, ਗ੍ਰਹਿ ਮੂਸਤ ਮਨ ਚੋਰ ਹੈ, ਦਿਨ ਕਰੋ ਅਨਦਿਨ ਖਾਤ। ਦਿਨਕਰ ਕਹਿੰਦੇ ਆ ਸੂਰਜ ਨੂੰ। ਕਹਿੰਦੇ ਸੂਰਜ ਚੜ੍ਹਦਾ ਹੈ ਤੇ ਜਿਹੜਾ ਹੈਗਾ ਉਹ ਖਾ ਜਾਂਦਾ ਹੈ ਤੇਰਾ ਦਿਨ, ਸੂਰਜ ਖਾ ਜਾਂਦਾ ਹੈ ਤੇਰਾ ਦਿਨ। ਦਿਨ ਕਰੋ ਅਨਦਿਨ ਖਾਤ, ਹਰੇਕ ਦਿਨ ਖਾ ਜਾਂਦਾ ਹੈ ਤੇਰਾ। ਗਹਿਬਰ ਬਨ ਘੋਰ ਹੈ, ਗ੍ਰਹਿ ਮੂਸਤ ਮਨ ਚੋਰ ਹੈ, ਦਿਨ ਕਰੋ ਅਨਦਿਨ ਖਾਤ। ਦਿਨ ਖਾਤ ਜਾਤ ਬਿਹਾਤ ਪ੍ਰਭਿਨ, ਦਿਨ ਖਾਧਾ ਗਿਆ ਤੇਰਾ, ਐਸੀ ਤਰ੍ਹਾਂ ਗੁਜ਼ਰ ਗਿਆ ਪਰਮਾਤਮਾ ਤੋਂ ਬਗੈਰ। ਮਿਲੋ ਪ੍ਰਭ ਕਰੁਣਾ ਪਤੇ, ਮਾਰਾ ਮਾਲਕਾ ਮਿਹਰ ਕਰ, ਮੇਰੇ ਉੱਤੇ ਤਰਸ ਕਰ, ਮੈਨੂੰ ਕੱਢ ਇੱਥੋਂ। ਦਿਨ ਖਾਤ ਜਾਤ ਬਿਹਾਤ ਪ੍ਰਭਿਨ, ਮਿਲੋ ਪ੍ਰਭ ਕਰੁਣਾ ਪਤੇ। ਹੇ ਦਿਆਲੂ, ਤਰਸ ਕਰ ਮੇਰੇ ਉੱਤੇ, ਤੂੰ ਤਾਂ ਦਇਆ ਦਾ ਪਤੀ ਹੈਗਾ ਆ। ਜਨਮ ਮਰਨ ਅਨੇਕ ਬੀਤੇ, ਪ੍ਰਿਯ ਸੰਗ ਬਿਨ ਕਛ ਨਾ ਗਤੇ। ਔਰ ਇਸ ਤਰ੍ਹਾਂ ਕਰਦੇ ਜਨਮ ਮਰਨ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹ ਭਰਮ ਦੇ ਵਿੱਚ ਜਿਹੜਾ ਹੈਗਾ, ਤੇਰੇ ਤੋਂ ਓਲੇ ਜਿਹੜੀ ਹੈਗੀ ਕੰਧ ਦੇ ਜੇ ਓਲੇ ਸੰਸਾਰ ਸਮੁੰਦਰ ਦੇ ਵਿੱਚ ਅਨੇਕਾਂ ਹੀ ਜਨਮ ਤੇ ਅਨੇਕਾਂ ਵਾਰੀ ਮਰਨ ਹੋਇਆ ਹੈ। ਇੰਨੇ ਅਨੇਕਾਂ ਹੀ ਬੀਤ ਗਏ, ਤੇਰੀ ਸੰਗਤ ਨਹੀਂ ਮਿਲੀ, ਤੇਰਾ ਸਾਥ ਨਹੀਂ ਮਿਲਿਆ। ਕੋਈ ਜਿਹੜੀ ਹੈਗੀ ਆ, ਕੋਈ ਵੀ ਮੇਰੀ ਗਤੀ ਨਹੀਂ ਹੈਗੀ। ਇਸੇ ਵਿੱਚ ਜਿਹੜਾ ਹੈ ਘੁੰਮੀ ਜਾ ਰਿਹਾ ਇਨਸਾਨ। ਜਨਮ ਮਰਨ ਅਨੇਕ ਬੀਤੇ, ਪ੍ਰਿਯ ਸੰਗ ਬਿਨ ਕਛ ਨਾ ਗਤੇ। ਕੁਲ ਰੂਪ ਧੂਪ ਗਿਆਨਹੀਨੀ, ਤੁਝ ਬਿਨਾ ਮੋਹਿ ਕਵਨ ਮਾਤ। ਹੇ ਮਾਲਕਾ ਦੱਸ, ਤੇਰੇ ਤੋਂ ਬਗੈਰ ਮੇਰਾ ਕਾਹਦਾ ਕੁਲ ਹੈਗਾ, ਮੇਰਾ ਕਾਹਦਾ ਰੂਪ ਹੈਗਾ, ਮੇਰੇ ਚੋਂ ਕਾਹਦੀ ਖੁਸ਼ਬੂ ਹੈਗੀ, ਬਦਬੂ ਹੀ ਬਦਬੂ ਹੈਗੀ ਆ। ਗਿਆਨਹੀਨੀ, ਗਿਆਨ ਨਹੀਂ ਹੈਗਾ ਮੈਨੂੰ, ਕੋਈ ਗਿਆਨ ਨਹੀਂ ਹੈਗਾ ਮੈਨੂੰ। ਤੁਝ ਬਿਨਾ ਮੋਹਿ ਕਵਨ ਮਾਤ, ਤੇਰੇ ਬਗੈਰ ਮੇਰਾ ਕੌਣ ਹੈਗਾ ਮਾਲਕਾ, ਮੇਰਾ ਕੌਣ ਆ ਮਾਂ ਪਿਓ। ਕਰ ਜੋੜ ਨਾਨਕ ਸਰਣ ਆਇਓ, ਪ੍ਰਿਯ ਨਾਥ ਨਰਹਰ ਕਰੋ ਗਾਤ। ਕਰ ਜੋੜ ਕਰ ਕੀ ਹੈਗੇ ਆਪਣੇ, ਕਰ ਜਿਹੜੇ ਹੈਗੇ, ਕਰ ਹੈਗੇ ਆਪਣੀ ਸੁਰਤ, ਕਰ ਹੈਗੀ ਆਪਣੀ ਬੁੱਧੀ,
ਕਰ ਜੋੜ ਨਾਨਕ ਸਰਣ ਆਇਓ, ਪ੍ਰਿਯ ਨਾਥ ਨਰਹਰ ਕਰੋ ਗਾਤ। हे ਮੇਰੇ ਪਿਆਰੇ, हे ਨਾਥ, ਮੈਂ ਅਨਾਥ ਹਾਂ, ਤੂੰ ਨਰਾਂ ਦਾ ਹਰੀ ਹੈਗਾ ਆ, ਮੇਰੀ ਉੱਚੀ ਅਵਸਥਾ ਕਰ, ਕਰੋ ਗਾਤ, ਮੈਨੂੰ ਕੱਢ। ਕਰ ਜੋੜ ਨਾਨਕ, ਨਾਨਕ ਦੇ ਕਾਕੇ ਨੂੰ ਔਂਕੜਿਆ, ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਆਪਣੇ ਤੇ ਘਟਾ ਕੇ। ਕਰ ਜੋੜ ਨਾਨਕ ਸਰਣ ਆਇਓ, ਪ੍ਰਿਯ ਨਾਥ ਨਰਹਰ ਕਰੋ ਗਾਤ। ਇਹ ਦੇਖ ਲਓ ਪਹਿਲਾ ਹੀ ਛੰਤ ਹੈਗਾ ਪਾਏ, ਆਖਰੀ ਮੋਤੀ ਲੜੀ ਦਾ। ਮੀਨਾ ਜਲਹੀਨ, ਮੀਨਾ ਜਲਹੀਨ ਹੈ, ਉਹ ਬਿਛਰਤ ਮਨ ਤਨ ਖੀਨ ਹੈ, ਕਤ ਜੀਵਨ ਪ੍ਰਿਯ ਬਿਨ ਹੋਤ। ਕਹਿੰਦੇ ਮੇਰਾ ਤਾਂ ਐਸੀ ਹਾਲਤ ਹੈ ਮਾਲਕਾ, ਮੱਛੀ ਜਿਵੇਂ ਪਾਣੀ ਤੋਂ ਬਾਹਰ ਹੋ ਜਾਂਦੀ ਹੈ, ਇੱਕਦਮ ਪਾਣੀ ਤੋਂ ਬਾਹਰ ਹੋ ਕੇ ਉਹਦਾ ਅਸਤਿਤਵ ਖਤਮ ਹੋ ਜਾਂਦਾ ਹੈ, ਉਸੇ ਤਰੀਕੇ ਦੇ ਨਾਲ ਮੇਰੀ ਹਾਲਤ ਹੈ। ਮੇਰਾ ਜੀਵਨ ਕਿਸ ਤਰ੍ਹਾਂ ਹੋਏ ਤੇਰੇ ਬਗੈਰ, ਤੇਰੇ ਬਗੈਰ ਮੇਰਾ ਕਾਹਦਾ ਜੀਵਨ ਹੈਗਾ। ਕਤ ਜੀਵਨ ਪ੍ਰਿਯ ਬਿਨ ਹੋਤ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਮ੍ਰਿਗ ਅਰਪੈ ਮਨ ਤਨ ਪ੍ਰਾਣ ਹੈ, ਉਹ ਬੇਦਿਓ ਸਹਿਜ ਸਰੋਤ। ਇਸ ਤਰੀਕੇ ਦੇ ਨਾਲ ਦੇਖ ਲਓ ਆਹ ਖਿੱਚ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਅਭਿਆਸੀ ਦੇ ਅੰਦਰ ਆਹ ਖਿੱਚ ਪੈਦਾ ਹੁੰਦੀ ਹੈ, ਤਾਂ ਮਾਲਕ ਪਰਮਾਤਮਾ ਜਿਹੜਾ ਹੈ ਪ੍ਰਗਟ ਹੋ ਜਾਂਦਾ। ਜਿਵੇਂ ਇੱਕ ਜਿਹੜਾ ਹਿਰਨ ਹੈਗਾ, ਸਨਮੁਖ ਜਿਹੜਾ ਹੈਗਾ ਉਹ ਕੰਡਾ ਜਿਹੜੀ ਹੈ ਉਹਦੀ ਸਾਊਂਡ ਤੇ ਬਿਲਕੁਲ ਸਾਹਮਣੇ ਛਾਤੀ ਦੇ ਉੱਤੇ ਤੀਰ ਖਾ ਲੈਂਦਾ। ਸਨਮੁਖ ਸਹਿਬਾਨ, ਬਾਣ ਕਹਿੰਦੇ ਤੀਰ, ਸਹਿ ਲੈਂਦਾ ਹੈ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਮ੍ਰਿਗ ਅਰਪੈ ਮਨ ਤਨ ਪ੍ਰਾਣ ਹੈ, ਮਨ ਤਨ ਪ੍ਰਾਣ ਸਾਰਾ ਕੁਛ ਅਰਪਣ ਕਰ ਦਿੰਦਾ। ਉਹ ਬੇਦਿਓ ਸਹਿਜ ਸਰੋਤ, ਉਹ ਜਿਹੜਾ ਹੈਗਾ ਬਿੰਨਿਆ ਗਿਆ, ਉਹਦੇ ਅੰਦਰ ਮਾਲਕ ਦੀ ਖਿੱਚ ਹੈਗੀ ਆ। ਉਹ ਮਾਲਕ ਕਹਿ ਗਿਆ ਮੈਂ, ਉਹਦੇ ਅੰਦਰ ਉਹ ਧੁਨ, ਉਹ ਜਿਹੜੀ ਹੈਗੀ ਆ ਉਹ ਆਵਾਜ਼ ਕੰਨਾਂ ਨੂੰ ਗੂੰਜ ਰਹੀ ਆ ਉਹਦੇ। ਇਸ ਤਰੀਕੇ ਦੇ ਨਾਲ ਅਭਿਆਸੀ ਦੇ ਅੰਦਰ ਮਾਲਕ ਦੀ ਖਿੱਚ ਹੁੰਦੀ ਹੈ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਮ੍ਰਿਗ ਅਰਪੈ ਮਨ ਤਨ ਪ੍ਰਾਣ ਹੈ, ਉਹ ਬੇਦਿਓ ਸਹਿਜ ਸਰੋਤ। ਪ੍ਰਿਯ ਪ੍ਰੀਤ ਲਾਗੀ ਮਿਲ ਬੈਰਾਗੀ, ਖਿਨ ਰਹਿਨ ਤ੍ਰਿਗ ਤਨ ਤਿਸ ਬਿਨਾ। ਇਸ ਤਰ੍ਹਾਂ ਅਭਿਆਸੀ ਨੂੰ ਮਾਲਕ ਪਰਮਾਤਮਾ ਦੀ ਪ੍ਰੀਤ ਲੱਗ ਜਾਂਦੀ ਹੈ, ਬੈਰਾਗ ਪੈਦਾ ਹੋ ਜਾਂਦਾ ਹੈ, ਦੁਨੀਆ ਤੋਂ ਉਪਰਾਮਤਾ ਹੋ ਜਾਂਦੀ ਹੈ। ਉਸ ਮਾਲਕ ਤੋਂ ਬਗੈਰ ਕਹਿੰਦੇ ਆ ਸਰੀਰ ਕਾਹਦਾ ਹੈ, ਸਰੀਰ ਮਨੁੱਖੀ ਜੀਵਨ ਕਾਹਦੀ ਹੈਗੀ। ਕਹਿੰਦੇ ਇਸ ਤਨ ਦਾ ਕੀ ਮਤਲਬ ਹੈਗਾ, ਇੱਕ ਖਿਨ ਵਾਸਤੇ ਨਹੀਂ ਰਿਹਾ ਜਾਂਦਾ। ਕਹਿੰਦੇ ਉਸ ਮਾਲਕ ਤੋਂ ਬਗੈਰ ਤ੍ਰਿਗ ਰਹਿਣ, ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ। ਉਸ ਇੱਕ ਖਿਨ ਵਾਸਤੇ ਵੀ ਸਰੀਰ ਜਿਹੜਾ ਹੈਗਾ ਨਹੀਂ ਰਿਹਾ ਜਾਂਦਾ ਉਸ ਮਾਲਕ ਤੋਂ ਬਗੈਰ। ਪਲਕਾ ਨਾ ਲਾਗੈ ਪ੍ਰਿਯ ਪ੍ਰੇਮ ਭਾਗੈ, ਚਿਤਵੰਤ ਅਨਦਿਨ ਪ੍ਰਭ ਮਨਾ। ਕਹਿੰਦੇ ਇੱਕ ਪਲਕ ਵਾਸਤੇ ਵੀ ਜਿਹੜੀ ਅਵੇਸਲਾ ਨਹੀਂ ਹੁੰਦਾ, ਇੱਕ ਪਲਕ ਵਾਸਤੇ ਵੀ ਧਿਆਨ ਨਹੀਂ ਟੁੱਟਦਾ ਉਸ ਮਾਲਕ ਪਰਮਾਤਮਾ ਦੇ ਸੋਹਣੇ ਚਰਨ ਕਮਲਾਂ ਦੇ ਪੈਰਾਂ ਦੇ, ਪੱਗ ਕਹਿੰਦੇ ਪੈਰਾਂ ਦਾ ਪ੍ਰੇਮ। ਚਿਤਵੰਤ ਅਨਦਿਨ ਪ੍ਰਭ ਮਨਾ, ਉਸ ਮਾਲਕ ਪਰਮਾਤਮਾ ਨੂੰ ਸੁਰਤ ਦੇ ਵਿੱਚ ਉਹੀ ਮਾਲਕ ਪਰਮਾਤਮਾ ਹੈਗਾ, ਚਿੱਤ ਦੇ ਉੱਤੇ ਉਹੀ ਮਾਲਕ ਪਰਮਾਤਮਾ ਹੈਗਾ। ਅਨਦਿਨ ਸ੍ਰੀ ਰੰਗ ਰਾਤੇ ਨਾਮ ਮਾਤੇ, ਭੈ ਪਰਮ ਦੁਤੀਆ ਸਗਲ ਖੋਤ। ਜਿਹੜੇ ਇਸ ਤਰ੍ਹਾਂ ਮਾਇਆ ਦੇ ਪਤੀ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਆ, ਨਾਮ ਦੇ ਵਿੱਚ ਮੱਤੇ ਜਾਂਦੇ ਆ, ਉਹਨਾਂ ਦਾ ਇਹ ਭੈ ਤੇ ਪਰਮ ਜਿਹੜੀ ਹੈ ਕੰਧ ਜਿਹੜੀ ਸਾਰੀ ਦੀ ਸਾਰੀ ਟੁੱਟ ਜਾਂਦੀ ਆ, ਖੋ ਜਾਂਦੀ ਹੈ, ਡੁਆਲਿਟੀ ਖਤਮ ਹੋ ਜਾਂਦੀ ਹੈ ਜਿਹੜੀ ਮਾਲਕ ਤੇ ਅਭਿਆਸੀ ਦੇ ਵਿਚਾਲੇ ਹੈਗੀ। ਕਰ ਮਾਇਆ ਦਇਆਲ, ਕਰ ਮਾਇਆ ਦਇਆ ਦਿਆਲ ਪੂਰਨ, ਹਰ ਪ੍ਰੇਮ ਨਾਨਕ ਮਗਨ ਹੋਤ। ਇਸ ਤਰ੍ਹਾਂ ਕਹਿੰਦੇ ਆ ਮਾਲਕ ਮਾਇਆ ਕਰਦਾ ਹੈ, ਦਇਆ ਕਰਦਾ ਹੈ, ਦਿਆਲੂ ਜਿਹੜੇ ਉਹਦੇ ਪਿਆਰ ਦੇ ਵਿੱਚ ਜਿਹੜੇ ਹੈਗੇ ਮਗਨ ਹੋ ਜਾਂਦੇ ਉਸ ਪੂਰਨ ਪਰਮਾਤਮਾ ਦੇ ਪਿਆਰ ਦੇ ਵਿੱਚ। ਅਲੀਅਲ ਗੁੰਜਾਤ, ਅਲੀਅਲ ਗੁੰਜਾਤ ਹੈ, ਮਕਰੰਦ ਰਸ ਬਾਸਨ ਮਾਤ ਹੈ, ਪ੍ਰੀਤ ਕਮਲ ਬੰਧਾਵਤ ਆਪ। ਕਹਿੰਦੇ ਉਹਨਾਂ ਦੀ ਪ੍ਰੀਤ, ਉਹਨਾਂ ਦਾ ਪਿਆਰ ਕਿਹੋ ਜਿਹਾ ਹੁੰਦਾ ਹੈ। ਕਹਿੰਦੇ ਜਿਵੇਂ ਭੌਂਰਾ ਗੂੰਜਦਾ ਹੈ ਬਾਹਰ, ਗੂੰਜ ਕੇ ਕਿੱਥੋਂ ਜਾ ਕੇ ਦੇਖ ਲਓ ਉਹਦੇ ਵਿੱਚ ਹੀ ਤਲਾਅ ਦੇ ਡੱਡੂ ਹੈਗੇ ਆ, ਸਾਰੇ ਜਿਹੜੇ ਹੈਗੇ ਮੱਛੀਆਂ ਹੈਗੀਆਂ, ਹੋਰ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ, ਪਰ ਆਹ ਭੌਂਰਾ ਜਿਹੜਾ ਹੈਗਾ ਜਾ ਕੇ ਉਹ ਪਰਾਗ ਲੈ ਲੈਂਦਾ।
ਅਲੀਅਲ ਗੁੰਜਾਤ ਕਿੱਥੋਂ ਕੂੰ ਕੂੰ ਕਰਦਾ ਆਉਂਦਾ ਹੈ, ਕਿੰਨੀ ਦੂਰੋਂ ਆ ਕੇ ਜਿਹੜਾ ਹੈਗਾ ਉਹ ਬਾਕੀ ਉੱਥੇ ਡੱਡੂ ਜਿਹੜਾ ਹੈਗਾ ਕਾਈ ਖਾਈ ਜਾਂਦਾ ਹੈ ਸਾਰਾ। ਅਲੀਅਲ ਗੁੰਜਾਤ ਹੈ ਮਕਰੰਦ ਰਸ ਬਾਸਨਮਾਤ ਹੈ। ਕਿਉਂ? ਕਹਿੰਦੇ ਮਕਰੰਦ ਚਾਹੀਦਾ, ਰਸ ਚਾਹੀਦਾ, ਬਾਸਨਾ ਚਾਹੀਦੀ ਹੈ। ਪ੍ਰੀਤ ਕਮਲ ਬੰਧਾਵਤ ਆਪ, ਉਹਦੇ ਵਾਸਤੇ ਆਪਣੀ ਜਾਨ ਦੇ ਦਿੰਦਾ ਹੈ, ਬਣ ਜਾਂਦਾ ਹੈ ਕਮਲ ਦੇ ਵਿੱਚ, ਬੰਦ ਹੋ ਜਾਂਦਾ ਹੈ ਕਮਲ। ਇੰਨੀ ਖਿੱਚ ਚਾਹੀਦੀ ਹੈ ਮਾਲਕ ਦੇ ਵਾਸਤੇ, ਇੰਨੀ ਖਿੱਚ ਆਟੋਮੈਟਿਕਲੀ ਪੈਦਾ ਹੋ ਜਾਂਦੀ ਹੈ। ਚਾਤ੍ਰਿਕ ਚਿਤ ਪਿਆਸ ਹੈ ਕੰਨ ਬੂੰਦ ਬਚਿੱਤਰ ਮਨੇ ਆਸ ਹੈ ਅਲ ਪੀਵਤ ਬਿਨ ਸਤਾਪ। ਕਹਿੰਦੇ ਜਿਵੇਂ ਚਾਤ੍ਰਿਕ ਜਿਹੜਾ ਹੈਗਾ ਉਹਦੇ ਅੰਦਰ ਸ਼ਾਂਤੀ ਦੀ ਬੂੰਦ ਦੇ ਵਾਸਤੇ ਪਿਆਸ ਹੁੰਦੀ ਆ, ਕੰਨ ਦੀ ਬੂੰਦ ਦੇ ਵਾਸਤੇ, ਬਚਿੱਤਰ ਜਿਹੜੀ ਹੈ ਅੰਮ੍ਰਿਤ ਦੀ ਬੂੰਦ ਦੇ ਵਾਸਤੇ ਜਿਹੜੀ ਹੈ ਉਹੀ ਖਾਸ ਜਿਹੜੀ ਹੈਗੀ ਚਾਹੀਦੀ ਆ ਉਹਨੂੰ, ਉਹਦੇ ਮਨ 'ਚ ਉਹੀ ਆਸ ਹੁੰਦੀ ਆ। ਅਲ ਪੀਵਤ ਬਿਨ ਸਤਾਪ, ਉਹ ਅੰਮ੍ਰਿਤ ਦੀ ਬੂੰਦ ਪੀਣ ਦੇ ਨਾਲ, ਸ਼ਾਂਤੀ ਦੀ ਬੂੰਦ ਪੀਣ ਦੇ ਨਾਲ ਅਭਿਆਸੀ ਦਾ ਸਾਰਾ ਜਿਹੜਾ ਮਾਇਆ ਦਾ ਤਾਪ ਬਿੰਸ ਜਾਂਦਾ ਹੈ। ਤਾਪਾ ਵਿਨਾਸ਼ਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਘਨਾ। ਕਹਿੰਦੇ ਇਸ ਤਰ੍ਹਾਂ ਤਾਪ ਬਿੰਸਦੇ ਆ ਭਾਈ, ਸਾਰੇ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਆ ਇਸ ਪ੍ਰੇਮ ਦੇ ਨਾਲ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਦਰਸ਼ਨ ਦੇ ਦਿੰਦਾ ਹੈ, ਪ੍ਰਗਟ ਹੋ ਜਾਂਦਾ ਹੈ, ਮਿਲ ਜਾਂਦਾ ਹੈ। ਜਿਨ੍ਹਾਂ ਦੇ ਮਨ 'ਚ ਔਰ ਤਨ ਦੇ ਵਿੱਚ ਇੰਨਾ ਪਿਆਰ, ਇੰਨੀ ਖਿੱਚ ਪੈਦਾ ਹੋ ਜਾਂਦੀ ਹੈ। ਕਨੀ ਤਾਪਾ ਵਿਨਾਸ਼ਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਨਾ। ਸੁੰਦਰ ਚਤੁਰ ਸੁਜਾਨ ਸੁਆਮੀ ਕਵਨ ਰਸਨਾ ਗੁਣ ਪਨਾ। ਉਹ ਮਾਲਕ ਪਰਮਾਤਮਾ ਕਹਿੰਦੇ ਇੰਨਾ ਸੋਹਣਾ ਆ, ਇੰਨਾ ਸਿਆਣਾ ਆ, ਸਾਰਾ ਕੁਝ ਜਾਣਨ ਵਾਲਾ ਹੈਗਾ ਔਰ ਮਾਲਕ ਹੈਗਾ। ਕਹਿੰਦੇ ਜੀਵ ਦੇ ਨਾਲ ਮੈਂ ਕਿਸ ਤਰ੍ਹਾਂ ਜਿਹੜੇ ਹੈਗੇ ਤੇਰੇ ਗੁਣ ਬੋਲਾਂ। ਗਹਿ ਬੁਝਾ ਲੇਵੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ। ਕਹਿੰਦੇ ਬਾਂਹ ਫੜ ਕੇ, ਮੇਰੀ ਬਾਂਹ ਫੜ ਲਓ, ਮੈਨੂੰ ਨਾਮ ਦੇਵੋ, ਦੇ ਦਿਓ ਨਾਮ ਪਦਾਰਥ। ਤੁਹਾਡੀ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟੀ ਦੇ ਨਾਲ ਜਿਹੜਾ ਹੈਗਾ ਮੇਰੇ ਸਾਰੇ ਪਾਪ ਖਤਮ ਹੋ ਜਾਂਦੇ ਆ। ਨਾਨਕ ਜੰਪੈ ਪਤਿਤ ਪਾਵਨ ਹਰ ਦਰਸ ਪੇਖਤ ਨਹਿ ਸੰਤਾਪ। ਲਓ ਹੋ ਗਏ ਦਰਸ਼ਨ। ਕਹਿੰਦੇ ਪਤਿਤ ਜਿਹੜਾ ਹੈਗਾ ਨਾਨਕ ਜੰਪੈ, ਕਹਿੰਦੇ ਬੇਨਤੀ ਕਰਦੇ ਆ ਮਹਾਰਾਜ ਪੰਜਵੀਂ ਪਾਤਸ਼ਾਹੀ, ਪਤਿਤ ਜਿਹੜੇ ਹੈਗੇ ਪਾਵਨ ਹੋ ਜਾਂਦੇ ਆ ਮਾਲਕ ਦੇ ਦਰਸ਼ਨਾਂ ਦੇ ਨਾਲ। ਸਾਰੇ ਸੰਤਾਪ ਦੁੱਖ ਜਿਹੜੇ ਹੈਗੇ ਖਤਮ ਹੋ ਜਾਂਦੇ ਆ। चितवों चितनाथ है रख लेवो शरण अनाथ है मिल चाओ चाइले प्राण। चितवों चितनाथ उस मालक परमात्मा ਦਾ ਹੀ ਜਿਹੜਾ ਹੈਗਾ ਚਿੱਤ ਦੇ ਵਿੱਚ ਜਿਹੜੀ ਹੈਗੀ ਖਿੱਚ ਹੈਗੀ ਆ ਉਸ ਨਾਥ ਦੀ। ਇਹੀ ਬੇਨਤੀ ਹੈ ਬਈ ਮੈਨੂੰ ਰੱਖ ਲਾ ਮਾਲਕਾ ਆਪਣੀ ਸ਼ਰਨ ਦੇ ਵਿੱਚ। ਮੈਂ ਅਨਾਥ ਹੈਗਾ, ਮੇਰੇ ਅੰਦਰ ਚਾਹ ਹੈਗਾ ਤੈਨੂੰ ਮਿਲਣ ਦਾ। ਰੱਖ ਲਿਓ ਸ਼ਰਨ ਅਨਾਥ ਹੈ ਮਿਲ ਚਾਓ ਚਾਈਲੇ ਪ੍ਰਾਣ। ਮੇਰੇ ਪ੍ਰਾਣਾਂ ਦੇ ਵਿੱਚ ਤੇਰੀ ਖਿੱਚ ਹੈਗੀ ਮਾਲਕਾ। ਸੁੰਦਰ ਤਨ ਧਿਆਨ ਹੈ ਮਨ ਲੁਬਧ ਗੋਪਾਲ ਗਿਆਨ ਹੈ ਜਾਚਿਕ ਜਨ ਰਾਖਤ ਮਾਨ। ਸੁੰਦਰ ਤਨ ਧਿਆਨ, ਇਹ ਮਾਲਕ ਦੇ ਤਨ ਦਾ ਧਿਆਨ ਥੋੜ੍ਹੀ ਨਾ ਹੈਗਾ ਭਾਈ। ਉਹਦਾ ਧਿਆਨ ਕਿੱਥੇ, ਹਾਲੇ ਤਨ ਕਿੱਥੇ ਉਹਦਾ ਮਾਲਕ ਦਾ। ਅਭਿਆਸੀ ਜਿਹੜਾ ਹੈਗਾ ਉਹਦਾ ਇਹ ਮਨੁੱਖੀ ਸਰੀਰ ਜਿਹੜਾ ਹੈਗਾ ਉਹ ਆ ਜੂਨ ਜਿਹੜੀ ਹੈਗੀ ਸੋਹਣੀ ਹੋ ਜਾਂਦੀ ਹੈ ਜਿਹਦਾ ਧਿਆਨ ਹੋ ਜਾਂਦਾ ਹੈ ਮਾਲਕ ਦੇ ਨਾਲ। ਸੁੰਦਰ ਤਨ ਧਿਆਨ ਹੈ ਮਨ ਲੁਬਧ ਗੋਪਾਲ ਗਿਆਨ ਹੈ। ਔਰ ਉਹਦਾ ਮਨ ਜਿਹੜਾ ਹੈਗਾ ਲੋਭਿਆ ਜਾਂਦਾ ਹੈ, ਖਿੱਚਿਆ ਜਾਂਦਾ ਹੈ ਉਸ ਗੋਪਾਲ ਦੇ ਗਿਆਨ ਦੇ ਵਿੱਚ। ਔਰ ਜਾਚਿਕ ਜਨ ਰਾਖਤ ਮਾਨ, ਔਰ ਮਾਲਕ ਪਰਮਾਤਮਾ ਜਿਹੜਾ ਜਾਚਨਾ ਕਰ ਰਿਹਾ, ਜਿਹੜਾ ਦਰਸ਼ਨ ਚਾਹੁੰਦਾ ਹੈ ਉਹਦਾ ਮਾਨ ਰੱਖ ਲੈਂਦਾ ਹੈ। ਪ੍ਰਭ ਮਾਨ ਪੂਰਨ ਦੁੱਖ ਵਿਦੀਰਨ ਸਗਲ ਇੱਛ ਪੁਜੰਤੀਆ। ਹੋ ਜਾਂਦੇ ਫਿਰ ਦਰਸ਼ਨ। ਕਹਿੰਦੇ ਉਹ ਮਾਲਕ ਪਰਮਾਤਮਾ ਉਹਦੀ ਇੱਜ਼ਤ, ਉਹਦਾ ਮਾਨ ਰੱਖ ਲੈਂਦਾ ਹੈ। ਮਾਨ ਪੂਰਨ ਕਰਨ ਮਾਨ ਪੂਰੀ ਇੱਛਾ ਕਰਨ ਵਾਲਾ ਹੈ, ਦੁੱਖ ਦੂਰ ਕਰਨ ਵਾਲਾ ਹੈ। ਸਗਲ ਇੱਛ ਪੁਜੰਤੀਆਂ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਹਰ ਕੰਠ ਲਾਗੇ ਦਿਨ ਸੁਭਾਗੇ ਮਿਲ ਨਾ ਸੇਜ ਸੋਹੰਤੀਆ। ਜੀਵ ਇਸਤਰੀ ਜਿਹੜੀ ਹੈਗੀ ਮਾਲਕ ਦੇ ਨਾਲ, ਪਤੀ ਦੇ ਨਾਲ, ਨਾਹ ਦੇ ਨਾਲ ਮਿਲ ਕੇ ਜਿਹੜੀ ਹੈਗੀ ਉਹਦੇ
ਕੰਠ ਦੇ ਨਾਲ ਲੱਗ ਕੇ ਜਿਹੜੀ ਹੈਗੀ ਆ ਉਹ ਹਮੇਸ਼ਾ ਵਾਸਤੇ ਜਿਹੜੇ ਹੈਗੇ ਉਹਦੇ ਦਿਨ ਸੋਹਣੇ ਆ ਜਾਂਦੇ ਆ ਭਾਈ। ਹਰ ਕੰਠ ਲਾਗੇ ਦਿਨ ਸੁਭਾਗੇ ਮਿਲ ਨਾ ਸੇਜ ਸੁਹੰਤੀਆ ਪ੍ਰਭ ਦਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਪਏ ਹਨ। ਆ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਔਰ ਉਹ ਪਾਪਾਂ ਨੂੰ ਮੁਰ ਕਰਨ ਵਾਲਾ ਮਾਲਕ ਪਰਮਾਤਮਾ ਪਾਪਾਂ ਨੂੰ ਨਾਸ਼ ਕਰਨ ਵਾਲਾ ਮਿਲ ਜਾਂਦਾ ਹੈ। ਅਤੇ ਫਿਰ ਪਾਪ ਕਿਵੇਂ ਰਹਿਣਗੇ ਭਾਈ? ਸਗਲ ਕਲਮਲ ਪਏ ਹਨ, ਸਾਰੇ ਦੇ ਸਾਰੇ ਉਹਦਾ ਲੇਖਾ ਜੋਖਾ ਸਾਰਾ ਦਾ ਸਾਰਾ ਖਤਮ ਹੋ ਜਾਂਦਾ ਹੈ। ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸਿਰੀ ਤਰ ਗੁਣ ਨਿਦਾਨ। ਮਹਾਰਾਜ ਕਹਿੰਦੇ ਆ ਇਸ ਤਰ੍ਹਾਂ ਅਭਿਆਸੀ ਦੀ ਆਸ ਪੂਰੀ ਹੋ ਜਾਂਦੀ ਆ। ਮੇਰੀ ਆਸ ਪੂਰੀ, ਮੇਰੀ ਆਸ ਪੂਰਨ ਮਿਲੇ ਸਿਰੀ ਤਰ ਗੁਣ ਨਿਦਾਨ। ਉਹ ਗੁਣਾਂ ਦਾ ਖਜ਼ਾਨਾ ਉਹ ਸਿਰੀ ਤਰ ਮਾਇਆ ਦਾ ਪਤੀ ਮਿਲ ਜਾਂਦਾ ਹੈ ਭਾਈ। ਜਿਹਨੂੰ ਮਿਲ ਜਾਂਦਾ ਹੈ ਉਹਦੀ ਆਸ ਪੂਰੀ ਹੋ ਜਾਂਦੀ ਹੈ। ਅੱਜ ਹੀ ਹੋ ਗਈ ਇਹ ਲੜੀ ਦਾ ਜਿਹੜਾ ਹੈਗਾ ਆਖਰੀ ਮੋਤੀ ਸੀਗਾ ਔਰ ਇੱਕੋ ਹੀ ਮੋਤੀ ਸੀਗਾ। 14 ਜਿਹੜੇ ਹੈਗੇ ਪੰਜਵੀਂ ਪਾਤਸ਼ਾਹੀ ਦੀਆਂ ਹੋ ਗਈਆਂ ਇਹ ਛੰਤ। ਇਸ ਤੋਂ ਅੱਗੇ ਜਿਹੜਾ ਹੈਗਾ ਆਸਾ ਦੀ ਵਾਰ ਸ਼ੁਰੂ ਹੋ ਰਹੀ ਹੈ। ਇਹ ਛੰਤ ਜਿਹੜੇ ਆਪਾਂ ਨੇ ਪਹਿਲਾਂ ਲਏ ਸੀਗੇ ਆਸਾ ਦੀ ਵਾਰ ਦੇ ਚੌਥੀ ਪਾਤਸ਼ਾਹੀ ਦੇ, ਜਿਹੜੇ ਕਿ ਇਹਨਾਂ ਦੇ ਨਾਲ ਰਲਾਇਆ ਜਾਂਦਾ। ਇਹ ਨਿਰੋਲ ਆਸਾ ਦੀ ਵਾਰ ਆ ਜਿਹੜੇ ਹੈਗੇ ਔਰ ਉਹ ਛੰਤ ਵੀ ਨਿਰੋਲ ਹੈਗੇ ਸੀਗੇ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬੰਗ ਗੁਰ ਪ੍ਰਸਾਦ। ਇੱਕ ਉਹ ਮਾਲਕ ਪਰਮਾਤਮਾ, ਉਹਦਾ ਨਾਮਣਾ ਸੱਤ ਹੈਗਾ ਭਾਈ। ਉਹ ਕਰਤਾ ਹੈਗਾ, ਪੁਰਖ ਹੈਗਾ, ਉਹਨੂੰ ਕੋਈ ਭਾਵ ਨਹੀਂ ਹੈਗਾ, ਉਹਨੂੰ ਕਿਸੇ ਦੇ ਨਾਲ ਵੈਰ ਨਹੀਂ ਹੈਗਾ ਔਰ ਉਹਦੀ ਕਾਲ ਤੋਂ ਰਹਿਤ ਹੈਗੀ ਉਹਦੀ ਮੂਰਤ। ਉਹ ਤ੍ਰਿਗੁਣਾ ਤੋਂ ਪਰੇ ਆਜੂਨੀ ਜੂਨਾਂ ਦੇ ਵਿੱਚ ਨਹੀਂ ਆਉਂਦਾ। ਸਵੈ ਭੰਗ ਸਾਰਾ ਕੁਛ ਉਸ ਮਾਲਕ ਪਰਮਾਤਮਾ ਤੋਂ ਹੀ ਪ੍ਰਗਟ ਹੋਇਆ ਆ। ਸਵੈ ਭੰਗ ਹੋਇਆ, ਆਪਣੇ ਵਿੱਚੋਂ ਹੀ ਨਿਕਲਿਆ ਸਾਰਾ ਕੁਛ, ਉਹਦੇ ਵਿੱਚ ਹੀ ਹੈ ਸਾਰਾ ਕੁਛ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਪ੍ਰਗਟ ਹੋ ਜਾਂਦਾ ਹੈ। ਆਸਾ ਮਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ। ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ। ਇਹ ਵਾਰ ਆ ਪਹਿਲੀ ਪਾਤਸ਼ਾਹੀ ਦੀ। ਸ਼ਲੋਕ ਵੀ ਹੈਗੇ ਨਾਲ। ਇਹ ਵਾਰ ਲਿਖੀ ਆ ਜਿਹੜੀ ਪਹਿਲੀ ਪਾਤਸ਼ਾਹੀ ਨੇ ਔਰ ਇਹਨੂੰ ਗਾਉਣ ਦੇ ਵਾਸਤੇ ਹਿਦਾਇਤ ਹੈਗੀ ਆ। ਇਹ ਟੁੰਡਾ ਜਿਹੜਾ ਅਸਰਾਜਾ ਸੀਗਾ, ਰਾਜਾ ਸੀਗਾ ਅਸਰਾਜ, ਉਹਦੀ ਜਿਹੜੀ ਹੈਗੀ ਆ ਧੁਨ ਦੇ ਉੱਤੇ ਗਾਉਣੀ ਆ। ਇਹ ਟੁੰਡਾ ਜਿਹੜਾ ਹੈਗਾ ਇਹਦੇ 3 ਭਰਾ ਸੀਗੇ ਅਤੇ ਇਹ ਜਿਹੜਾ ਹੈਗਾ ਪਹਿਲੀ ਜਿਹੜੀ ਹੈਗੀ ਰਾਣੀ ਤੋਂ ਸੀਗਾ, ਪਟ ਰਾਣੀ ਤੋਂ ਇਹਨੂੰ ਰਾਜ ਮਿਲਣਾ ਸੀਗਾ। ਉਹ ਦੋਨਾਂ ਨੇ ਜਿਹੜਾ ਹੈਗਾ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਧੋਖੇ ਦੇ ਨਾਲ ਲਿਜਾ ਕੇ ਇਹਦਾ ਹੱਥ ਜਿਹੜਾ ਹੈਗਾ ਵੱਢਤਾ ਅਤੇ ਖੂਹ ਸੁੱਟਤਾ ਸੀਗਾ। ਫਿਰ ਉੱਥੋਂ ਜਿਹੜੇ ਹੈਗੇ ਕਈ ਜਿਹੜੇ ਯਾਤਰੀ ਸੀਗੇ, ਜਿਹੜੇ ਬੰਜਾਰੇ ਵਗੈਰਾ ਜਿਹੜੇ ਸੀ, ਉਹਨਾਂ ਨੇ ਇਹਨੂੰ ਖੂਹ 'ਚੋਂ ਕੱਢਿਆ। ਪੁਕਾਰ ਸੁਣੀ ਜਦ ਇਹਨੂੰ ਹੋਸ਼ ਆਇਆ ਅਤੇ ਉਹ ਲੈ ਗਏ ਆਪਣੇ ਨਾਲ। ਉਹਨਾਂ ਨੇ ਫਿਰ ਕਿਤੇ ਜਿਹੜਾ ਹੈਗਾ ਇੱਕ ਜਗ੍ਹਾ ਇਹ ਕਿਸੇ ਦੇ ਘਰ ਜਿਹੜਾ ਹੈਗਾ ਰਹਿਣ ਲੱਗ ਗਿਆ। ਕੋਈ ਸੀਗਾ ਗਵਾਲਾ ਮੱਝਾਂ ਮੁੱਝਾਂ ਵਾਲਾ, ਅਤੇ ਉਹ ਉੱਥੇ ਜਿਹੜਾ ਹੈਗਾ ਫਿਰ ਇਹਨੂੰ ਜਿਹੜਾ ਹੈਗਾ ਉਸ ਦੇਸ਼ ਦਾ ਜਿਹੜਾ ਹੈਗਾ ਰਾਜਾ ਮਰ ਗਿਆ ਅਤੇ ਉਹਦੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਜੋਤਿਸ਼ਾਂ ਨੇ ਕਿਹਾ ਵੀ ਭਾਈ ਜਿਹੜਾ ਵੀ ਹੁਣ ਜਿਹੜਾ ਹੈਗਾ ਇਹ ਸਵੇਰੇ ਜਿਹੜਾ ਹੈਗਾ ਮਿਲੂਗਾ ਤੁਹਾਨੂੰ ਜਿਹੜਾ ਹੈਗਾ ਇਸ ਇੱਥੇ ਜਿਹੜੇ ਹੈਗੇ ਇਸ ਰਾਜ ਦੇ ਵਿੱਚ ਜਿਹੜਾ ਵੀ ਸਵੇਰੇ ਤੁਹਾਨੂੰ ਦਰਸ਼ਨ ਮਿਲੇ, ਜਿਸ ਦੇ ਵੀ ਇਨਸਾਨ ਦੇ ਸਭ ਤੋਂ ਪਹਿਲਾਂ ਦਰਸ਼ਨ ਹੋਣ, ਉਹਨੂੰ ਰਾਜਾ ਬਣਾ ਦਿਓ। ਅਤੇ ਇਹਦੀ ਜਿਹੜੀ ਮੱਝ ਮੁੱਝ ਕੁਛ ਖੁੱਲ੍ਹ ਗਈ ਸੀ। ਇਹ ਵਿਚਾਰਾ ਸਵੇਰੇ ਉਹਨੂੰ ਲੱਭਣ ਜਾ ਰਿਹਾ ਸੀ ਅਤੇ ਇਹ ਉਹਨਾਂ ਨੂੰ ਟੱਕਰ ਗਿਆ ਅਤੇ ਇਸ ਤਰ੍ਹਾਂ ਇਹ ਰਾਜਾ ਬਣ ਗਿਆ। ਔਰ ਇਹਦੀ ਜਿਹੜੀ ਹੈਗੀ ਵੀਰ ਸੀਗਾ ਔਰ ਇਹਦੀ ਜਿਹੜੀ ਹੈਗੀ ਵਾਰ ਇਹਦੀ ਧੁਨ ਦੇ ਉੱਤੇ ਜਿਹੜੀ ਹੈਗੀ ਜਿਹੜੇ ਲੋਕ ਇਹਦੀਆਂ ਵਾਰਾਂ ਗਾਉਂਦੇ ਸੀਗੇ, ਉਹ ਜਿਹੜੀ ਹੈ ਧੁਨ ਉਸ 'ਤੇ ਮਹਾਰਾਜ ਕਹਿੰਦੇ ਆ ਇਹ ਆਸਾ ਦੀ ਵਾਰ ਉਸ 'ਤੇ ਗਾਉਣੀ ਹੈ। ਸ਼ਲੋਕ ਮਹੱਲਾ ਪਹਿਲਾ
ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਸਭ ਤੋਂ ਪਹਿਲਾਂ ਮਹਾਰਾਜ ਦੇਖ ਲਓ, ਇਹ ਵਾਰ ਦੇ ਵਿੱਚ ਸਭ ਤੋਂ ਪਹਿਲਾ ਸ਼ਲੋਕ ਆ ਲਗਾਇਆ। ਕਹਿੰਦੇ ਪਿਆਰਿਆ ਯਾਦ ਰੱਖ, ਆਪਣੇ ਗੁਰੂ ਤੋਂ ਜਿਹੜਾ ਹੈਗਾ ਬਲਿਹਾਰ ਜਾਈ। ਔਰ ਦਿਨ ਦੇ ਵਿੱਚ ਕਈ ਸੈਂਕੜੇ ਵਾਰੀ ਬਲਿਹਾਰ ਜਾਈ ਆਪਣੇ ਗੁਰੂ ਤੋਂ। ਗੁਰੂ ਨੂੰ ਬਲਿਹਾਰ ਜਾਣਾ ਕੀ ਆ? ਬਈ ਗੁਰੂ ਦੇ ਨਾਲ ਰਹੀਂ, ਗੁਰੂ ਦਾ ਗਿਆਨ ਲੈਂਦਾ ਰਹੀਂ, ਬਾਰ ਲੈਂਦਾ ਰਹੀਂ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਕਿਉਂ? ਕਾਹਦੇ ਵਾਸਤੇ? ਕੀ ਕਰਦਾ ਹੈ ਗੁਰੂ ਦਾ ਗਿਆਨ? ਕੀ ਕਰਦਾ ਹੈ ਗੁਰੂ? ਕੀ ਕਰਦੇ ਹੈ ਬ੍ਰਹਮ ਗਿਆਨੀ? ਕੀ ਕਰਦਾ ਹੈ ਬ੍ਰਹਮ ਗਿਆਨ? ਕੀ ਕਰਦੀ ਹੈ ਗੁਰਮਤ? ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਕਾਹਦੇ ਵਾਸਤੇ? ਜਿਨੇ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਹਿੰਦੇ ਉਸਨੇ ਤੈਨੂੰ ਤੇਰੇ ਅੰਦਰ ਗੁਣ ਪ੍ਰਗਟ ਕਰਨੇ ਆ, ਔਰ ਗੁਣ ਪ੍ਰਗਟ ਕਰਨ ਨੂੰ ਉਹਨੂੰ ਟਾਈਮ ਨਹੀਂ ਲੱਗਣਾ। ਜੇ ਤੂੰ ਦਿਲੋਂ ਜਿਹੜਾ ਹੈਗਾ ਗੁਰੂ ਨੂੰ ਕੰਸਲਟ ਕਰਦਾ ਰਹੇਗਾ ਤੇ ਜਿਨੇ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇੰਨਾ ਹੀ ਸ਼ਲੋਕ ਹੈਗਾ ਭਾਈ। ਦੇਖ ਲਓ ਪਹਿਲੀ ਇੰਸਟਰਕਸ਼ਨ ਕੀ ਹੈਗੀ ਆਪਾਂ ਨੂੰ? ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨੇ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਔਰ ਜੋ ਗੁਰੂ ਕਹਿ ਰਿਹਾ ਹੈ ਉਹ ਇੰਸਟਰਕਸ਼ਨ ਆਪਾਂ ਨੇ ਫਾਲੋ ਕਰਨੀ ਹੈ ਭਾਈ। ਔਰ ਬਾਰ ਰਿਪੀਟ ਕਰਨੀ ਹੈ, ਬਾਰ ਰਿਪੀਟ ਕਰਨੀ ਹੈ। ਸਾਰਾ ਦਿਨ ਜਿਹੜਾ ਹੈਗਾ ਆਹ ਚੀਜ਼ ਆਪਣੇ ਅੰਦਰ ਹੋਣੀ ਚਾਹੀਦੀ ਹੈ। ਗੁਰੂ ਨੂੰ ਕੰਸਲਟ ਕਰਨਾ ਤੇ ਗੁਰੂ ਦੀ ਆਗਿਆ, ਜੋ ਗੁਰੂ ਕਹਿ ਰਿਹਾ ਉਹ ਕਾਰਵਾਈ ਕਰਨੀ। ਸ਼ਲੋਕ ਮਹਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨੇ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਸ ਤਰੀਕੇ ਦੇ ਨਾਲ ਭਾਈ ਮਾਨਸ ਤੋਂ ਦੇਵਤਾ ਹੋ ਜਾਂਦਾ ਹੈ। ਪ੍ਰੋਬੇਬਿਲਿਟੀ ਹੋ ਜਾਂਦੀ ਹੈ ਮਾਲਕ ਪਰਮਾਤਮਾ ਦੇ ਸਾਥ ਦੀ, ਇਹ ਗੇਮ ਜਿੱਤਣ ਦੀ। ਮਹੱਲਾ ਦੂਜਾ। ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ 1000। ਇਤੇ ਚਾਨਣ ਹੋਂਦਿਆਂ ਗੁਰਬਿਨ ਘੋਰ ਅੰਧਾਰ। ਦੂਸਰੀ ਪਾਤਸ਼ਾਹੀ ਨੇ ਦੂਸਰੀ ਪਾਤਸ਼ਾਹੀ ਦਾ ਸ਼ਲੋਕ ਲਗਾਇਆ। ਇਸੇ ਨੂੰ ਕਲੈਰੀਫਾਈ ਕੀਤਾ ਹੈ ਮਹਾਰਾਜ ਨੇ। ਇਸੇ ਸ਼ਲੋਕ ਨੂੰ ਕਹਿੰਦੇ ਦੇਖ ਲਾ ਮਿੱਤਰਾ, ਜੇ ਤੂੰ ਗੁਰੂ ਨੂੰ ਕੰਸਲਟ ਨਹੀਂ ਕਰੇਗਾ, ਜੇ ਤੂੰ ਬ੍ਰਹਮ ਗਿਆਨ ਨਹੀਂ ਲਏਗਾ, ਜੇ ਤੂੰ ਬ੍ਰਹਮ ਗਿਆਨ ਦੇ ਅਨੁਸਾਰ ਨਹੀਂ ਚੱਲੇਗਾ ਤੇ ਮਿੱਤਰਾ ਦੁਨੀਆ ਦੇ ਵਿੱਚ ਜਿੰਨਾ ਮਰਜ਼ੀ ਗਿਆਨ ਹੋਏ ਅਵੇਲੇਬਲ, ਜਿੰਨੇ ਮਰਜ਼ੀ ਜਿਹੜੇ ਹੈਗੇ ਸੋ ਕਾਲਡ ਗਿਆਨ ਦੇ ਸੂਰਜ ਚੜ੍ਹ ਜਾਣ, ਚੰਦਰਮੇ ਚੜ੍ਹ ਜਾਣ, ਜੇ 100 ਸੈਂਕੜੇ ਚੰਦਰਮਾ, ਹਜ਼ਾਰਾਂ ਸੂਰਜ ਗਿਆਨ ਦੇ ਚੜ੍ਹ ਜਾਣ, ਗੁਰੂ ਦੇ ਗਿਆਨ ਤੋਂ ਇਲਾਵਾ, ਬ੍ਰਹਮ ਗਿਆਨ ਤੋਂ ਇਲਾਵਾ, ਇਤੇ ਚਾਨਣ ਹੋਂਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਗੈਰ ਘੋਰ ਹਨੇਰਾ ਹੈਗਾ, ਨਹੀਂ ਨਿਕਲ ਸਕੇਗਾ ਇਸ ਸੰਸਾਰ ਸਮੁੰਦਰ ਤੋਂ, ਇਸ ਹਨੇਰੇ ਤੋਂ। ਮਹੱਲਾ ਦੂਜਾ। ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ 1000। ਇਤੇ ਚਾਨਣ ਹੋਂਦਿਆਂ ਗੁਰਬਿਨ ਘੋਰ ਅੰਧਾਰ। ਇੱਕ ਅੱਖਰ ਜਿਹੜਾ ਹੈਗਾ, ਇੱਕ ਅੱਖਰ ਦੇਖੋ ਗਿਆਨ ਦਾ ਭਰਿਆ ਹੋਇਆ, ਇੱਕ ਅੱਖਰ ਗਿਆਨ ਦਾ ਭਰਿਆ ਹੋਇਆ। ਮਹੱਲਾ ਪਹਿਲਾ। ਹਾਲੇ ਫਿਰ ਸ਼ਲੋਕ ਆਇਆ। ਨਾਨਕ ਗੁਰੂ ਨਾ ਚੇਤਨੀ ਮਨੇ ਆਪਣੇ ਸੁਚੇਤ। ਨਹੀਂ ਲੈਂਦਾ ਇਨਸਾਨ ਗੁਰੂ ਦੀ ਗੱਲ, ਨਹੀਂ ਕਹਿੰਦੇ ਨਹੀਂ ਤੂੰ ਗੁਰੂ ਦੇ ਅਨੁਸਾਰ ਚੇਤੇ 'ਚ ਨਹੀਂ ਲਿਆਏਗਾ ਗੁਰੂ ਨੂੰ, ਨਹੀਂ ਤੂੰ ਗੁਰੂ ਦੀ ਗੱਲ ਮੰਨਦਾ, ਨਹੀਂ ਤੂੰ ਗੁਰੂ ਦੇ ਅਨੁਸਾਰ ਆਪਣੇ ਆਪ ਨੂੰ ਘੜਦਾ ਤੇ ਆਪਣੇ ਆਪ ਨੂੰ ਕਹਿੰਦਾ ਹੈ ਮੈਂ ਤਾਂ ਬਹੁਤ ਬੁੱਧੀਮਾਨ ਹੈਗਾ, ਬਹੁਤ ਸੁਚੇਤ ਹੈਗਾ, ਆਪਣੀ ਮੱਤ ਨਹੀਂ ਛੱਡਦਾ ਤੂੰ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਆਪਣੀ ਮੱਤ ਨਹੀਂ ਛੱਡ ਰਿਹਾ ਇਨਸਾਨ, ਆਪਣੇ ਮਨ 'ਚ ਸੁਚੇਤ ਹੈਗਾ, ਆਪਣੇ ਆਪ ਨੂੰ ਚੌਧਰੀ ਸਮਝ ਰਿਹਾ ਹੈ। ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਦੇਖ ਲਾ ਪਿਆਰਿਆ, ਤੇਰੇ ਅੰਦਰ ਜਿਹੜਾ ਹੈਗਾ ਨਹੀਂ ਗੁਣ ਪ੍ਰਗਟ ਹੋਣਗੇ, ਨਹੀਂ ਫਸਲ ਉੱਗੇਗੀ, ਨਹੀਂ ਕੁਛ ਬੀਜਿਆ ਜਾਏਗਾ, ਤੂੰ ਕੁਛ ਨਹੀਂ ਬੀਜ ਸਕੇਗਾ। ਤੇ ਬੁਆੜ ਤੇ ਤਿਲ ਜਿਹੜੇ ਤੇਰੇ ਅੰਦਰ ਜਿਹੜੇ ਹੈਗੇ ਆਪਣੇ ਆਪ ਉੱਗ ਜਾਣਗੇ, ਅਵਗੁਣ ਆਪਣੇ ਆਪ ਹੀ ਪ੍ਰਗਟ ਹੋ ਜਾਣਗੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਖੇਤੇ ਅੰਦਰ ਛੁੱਟੀਆਂ ਕਹੋ ਨਾਨਕ ਸ਼ੋ ਨਾ। ਓਹੋ,
ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜੇ 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 ਜਿਨ੍ਹਾਂ ਦੇ ਖੇਤ ਦੇ ਵਿੱਚ ਆਹ ਜਿਹੜੀ ਤਿਲ ਬੁਆੜ ਪੈਦਾ ਹੋ ਜਾਂਦੀ ਆ, ਕਹਿੰਦੇ ਉਹਨਾਂ ਦਾ ਫਿਰ ਜਿਹੜਾ ਹੈਗਾ ਉਹ ਦਾਣਿਆਂ ਦਾ, ਉਹਨਾਂ ਦੇ ਦਾਣੇ ਤਾਂ ਹੈ ਹੀ ਨਹੀਂ, ਉਹਨਾਂ ਦਾ ਕੌਣ ਮਾਲਕ ਆ? ਕਹਿੰਦੇ ਉਹ ਪਰਮਾਤਮਾ ਨਹੀਂ ਹੈਗਾ ਭਾਈ। ਛੁੱਟੇ ਤਿਲ ਉਹ ਛੁੱਟੜ ਹੋ ਗਏ, ਛੁੱਟ ਗਏ। ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਹੈ ਨਹੀਂਗਾ ਉਹਨਾਂ ਦਾ ਕੋਈ ਮਾਲਕ ਨਹੀਂ ਹੈਗਾ, ਕਿਉਂਕਿ ਮਾਲਕ ਨੂੰ ਉਹਨਾਂ ਨੇ ਨਹੀਂ ਲਿਆ, ਕੰਸਲਟ ਮਾਲਕ ਨੂੰ ਉਹਨਾਂ ਨੇ ਆਪਣੇ ਚੇਤੇ ਦੇ ਵਿੱਚ ਨਹੀਂ ਲੈ ਕੇ ਆਏ, ਗੁਰੂ ਨੂੰ ਨਹੀਂ ਚੇਤਿਆ ਉਹਨਾਂ ਨੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸ਼ੌ ਨਾ ਹੈ। ਫਲੀਏ ਫੁੱਲੀਏ ਬੱਪੜੇ ਭੀ ਤਨ ਵਿੱਚ ਸੁਆਹ, ਉਹ ਫਲਦੇ ਆ ਫੁੱਲਦੇ ਆ, ਬੂਟੇ ਹੁੰਦੇ ਆ, ਉਹਨਾਂ ਦੇ ਅੰਦਰ ਡੋਡੀਆਂ ਵੀ ਲੱਗਦੀਆਂ ਹੈ, ਪਰ ਡੋਡੀ ਨੂੰ ਜਿਹੜਾ ਮਾੜਾ ਜਿਹਾ ਰਗੜੋ ਤੇ ਸੁਆਹ ਨਿਕਲਦੀ ਹੈ ਕਾਲਕ। ਇਸ ਤਰੀਕੇ ਦੇ ਨਾਲ ਕਹਿੰਦੇ ਆ ਉਹਨਾਂ ਦੇ ਅੰਦਰ ਕੁਛ ਵੀ ਨਹੀਂ ਹੈਗਾ, ਦਾਣੇ ਹੈ ਨਹੀਂ ਗੇ ਉਹਨਾਂ ਦੇ ਅੰਦਰ, ਕਿਉਂਕਿ ਉਹਨਾਂ ਨੇ ਬੀਜਿਆ ਹੀ ਨਹੀਂ ਹੈਗਾ। ਉਹਨਾਂ ਨੇ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਜੀਵਨ ਦੇ ਵਿੱਚ ਜਿਹੜਾ ਹੈਗਾ ਨਾਮ ਨੂੰ ਬੀਜਿਆ ਹੀ ਨਹੀਂ। ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਇਆ ਹੈ, ਉਹਨਾਂ ਨੇ ਨਹੀਂ ਬੀਜਿਆ, ਆਪਣੇ ਆਪ ਜਿਹੜਾ ਉੱਗਿਆ ਹੈ ਉਹ ਆਖਰੀ ਦੇ ਵਿੱਚ ਆਹੀ ਕੁਛ ਹੈਗਾ। ਸੁਆਹ ਹੈਗੀ ਭਾਈ, ਇਹ ਮਨੁੱਖੀ ਸਰੀਰ ਸੁਆਹ ਦੇ ਵਿੱਚ ਕਨਵਰਟ ਹੋ ਗਿਆ। ਮਹਲਾ ਪਹਿਲਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਦੇਖੋ ਕਿੰਨੀ ਵਾਰਨਿੰਗ ਹੈਗੀ ਆ। ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸ਼ੌ ਨਾ, ਫਲੀਏ ਫੁੱਲੀਏ ਬੱਪੜੇ ਭੀ ਤਨ ਵਿੱਚ ਸੁਆਹ। ਪੌੜੀ ਪੌੜੀ ਦੇ ਵਾਸਤੇ ਲਾਏ ਸੀਗੇ, ਹੁਣ ਇਹ ਪੌੜੀ ਕੀ ਕਹਿ ਰਹੀ ਹੈ? ਆਪ ਹੀ ਨਹਿ ਆਪ ਸਾਜਿਓ, ਆਪ ਹੀ ਨਹਿ ਰਚਿਓ ਨਾਉ। ਕਹਿੰਦੇ ਸਾਰੀ ਦੀ ਸਾਰੀ ਖੇਡ ਦੁਨੀਆ ਜਿਹੜੀ ਸ੍ਰਿਸ਼ਟੀ ਜੋ ਕੁਛ ਵੀ ਹੈਗਾ, ਇਹ ਮਾਲਕ ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ, ਆਪਣੇ ਆਪ ਨੂੰ ਸਵਾਰਿਆ ਹੈ, ਆਪਣੇ ਆਪ ਨੂੰ ਸਵਾਰਿਆ। ਸਾਰਾ ਕੁਛ ਉਹਦੇ ਅੰਦਰ ਹੀ ਹੋ ਰਿਹਾ ਹੈ। ਆਪ ਹੀ ਨਹਿ ਆਪ ਸਾਜਿਓ, ਆਪਣੇ ਆਪ ਨੂੰ ਸਾਜ ਲਿਆ। ਆਪ ਹੀ ਨਹਿ ਰਚਿਓ ਨਾਉ। ਔਰ ਮਾਲਕ ਨੇ ਇੱਕ ਨਾਮ ਦੀ ਰਚਨਾ ਕੀਤੀ ਹੈ, ਗੁਪਤ ਨਾਮ, ਜਿਹੜਾ ਨਿਕਲਣ ਦਾ ਰਸਤਾ, ਅਮਰ ਹੋਣ ਦਾ ਜਿਹੜਾ ਹੈਗਾ, ਵਾਪਸ ਗੇਮ ਦੇ ਵਿੱਚ, ਵਾਪਸ ਮਾਲਕ ਦੇ ਵਿੱਚ ਮਰਜ ਹੋਣ ਦਾ, ਉਹਦੀ ਰਚਨਾ ਕੀਤੀ ਹੈ ਮਾਲਕ ਨੇ। ਕਿਉਂਕਿ ਭੂਲ ਭੁਲਈਆ ਬਣਾ ਰਿਹਾ ਤੇ ਨਿਕਲਣ ਦਾ ਰਸਤਾ ਵੀ ਹੋਣਾ ਚਾਹੀਦਾ ਹੈ। ਕੋਈ ਨਹੀਂ ਤਾਂ ਭੂਲ ਭੁਲਈਆ ਇਕੱਲਾ ਰਹਿ ਜਾਊਗਾ ਤੇ ਫਿਰ ਤਾਂ ਕੋਈ ਗੇਮ ਦਾ ਮਕਸਦ ਹੀ ਨਹੀਂ ਹੋਇਆ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਦੁਈ ਕੁਦਰਤ ਸਾਜੀਏ, ਕਰ ਆਸਣ ਡਿੱਠੋ ਚਾਓ। ਮਾਲਕ ਨੇ ਇਸ ਤਰ੍ਹਾਂ ਕੁਦਰਤ ਬਣਾਤੀ। ਦੁਈ ਹੈ ਉਹ ਆਪ ਹੀ ਹੈ ਵਿੱਚ, ਸਾਰਾ ਉਹਦੇ ਵਿੱਚ ਹੀ, ਉਹਦੇ ਵਿੱਚ ਵੀ ਮਾਲਕ ਹੈਗਾ। ਸੰਸਾਰ ਦੇ ਵਿੱਚ ਮਾਲਕ ਪਰਮਾਤਮਾ ਪੂਰਾ ਮਾਲਕ ਦੇ ਅੰਦਰ ਹੀ ਖੇਡਿਆ, ਮਾਲਕ ਦੇ ਅੰਦਰ ਹੀ ਹੈ ਸਾਰਾ ਕੁਛ। ਇਹਦੇ ਵਿੱਚ ਵੀ ਮਾਲਕ ਪਰਮਾਤਮਾ ਪੂਰੀ ਤਰ੍ਹਾਂ ਇਨਵਾਲਵ ਹੈਗਾ, ਪਰ ਗੁਪਤ ਹੈਗਾ। ਇਹ ਦੂਈ ਕੁਦਰਤ ਹੈ, ਇਹੀ ਡੁਆਲਿਟੀ ਹੈਗੀ ਆ। ਉਹਦੇ ਵਾਸਤੇ ਡੁਆਲਿਟੀ ਨਹੀਂ ਹੈ, ਆਪਣੇ ਵਾਸਤੇ ਡੁਆਲਿਟੀ ਹੈਗੀ। ਦੂਈ ਕੁਦਰਤ ਸਾਜੀ, ਆਪਣੇ ਆਪਾਂ ਨੂੰ ਧੋਖਾ ਹੈਗਾ, ਆਪਾਂ ਨੂੰ ਟਰੈਪ ਹੈਗੀ ਆ। ਇਹਦੀ ਸਾਜਨਾ ਕੀਤੀ ਹੈ ਮਾਲਕ ਪਰਮਾਤਮਾ ਨੇ। ਜਿਸ ਤਰ੍ਹਾਂ ਆਪਣੇ ਆਪ ਤੋਂ ਹੀ ਆਪ ਪ੍ਰਗਟ ਹੋਇਆ, ਉਸੇ ਤਰੀਕੇ ਨਾਲ ਉਹਦੇ ਵਿੱਚੋਂ ਆ ਕੁਦਰਤ ਹੋ ਗਈ। ਦੂਈ ਕੁਦਰਤ ਸਾਜੀਏ, ਦੋਨੋਂ ਜਗ੍ਹਾ ਸਾਜਿਓ ਸਾਜੀਏ ਲਿਖਿਆ ਹੋਇਆ। ਕਰ ਆਸਣ ਡਿੱਠੋ ਚਾਓ। ਮਾਲਕ ਪੂਰਾ ਇਹਦੇ ਵਿੱਚ ਇਨਵਾਲਵ ਹੈ, ਇਹਦੇ ਵਿੱਚ ਮਾਲਕ ਪਰਮਾਤਮਾ ਚਾਅ ਦੇ ਨਾਲ ਇਸ ਖੇਡ ਨੂੰ ਦੇਖ ਰਿਹਾ ਹੈ। ਇਹ ਆਸਣ ਆ ਮਾਲਕ ਦਾ। ਮਾਲਕ ਕੋਈ ਇੱਕ ਜਗ੍ਹਾ ਤੇ ਨਹੀਂ ਬੈਠਾ ਹੋਇਆ, ਮਾਲਕ ਪੂਰੇ ਸੰਸਾਰ ਦੇ ਵਿੱਚ, ਪੂਰੀ ਕੁਦਰਤ ਦੇ ਵਿੱਚ, ਇਹ ਪੂਰੀ ਕੁਦਰਤ ਉਹਦਾ ਆਸਣ ਹੈਗੀ ਆ। ਦੂਈ ਕੁਦਰਤ ਸਾਜੀਏ, ਕਰ ਆਸਣ ਡਿੱਠੋ ਚਾਓ। ਚਾਹ ਦੇ ਨਾਲ ਦੇਖ ਰਿਹਾ ਇਹਨੂੰ, ਇਸ ਖੇਡ ਨੂੰ। ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇ ਪਸਾਓ। ਉਹ ਮਾਲਕ ਪਰਮਾਤਮਾ ਦਾਤਾ ਔਰ ਕਰਤਾ ਆਪ ਹੈਗਾ ਮਾਲਕ ਪਰਮਾਤਮਾ। ਖੁਸ਼ ਹੋ ਕੇ ਜਿਹੜਾ ਹੈਗਾ ਇਹ ਸਾਰਾ ਪਰ ਸਾਰਾ ਖੁਸ਼ ਹੋ ਕੇ ਕਰ ਰਿਹਾ, ਦਾਤ ਦਿੰਦਾ ਹੈ। ਸਾਰਾ ਕੁਛ ਜੋ ਡਿਮਾਂਡਸ ਹੈਗੀਆਂ ਸਾਰੀਆਂ ਪੂਰੀਆਂ ਕਰ ਰਿਹਾ ਮਾਲਕ ਪਰਮਾਤਮਾ। ਇਹ ਗੇਮ ਨੂੰ ਜਿਹੜਾ ਕਿਸ ਤਰ੍ਹਾਂ ਸਸਟੇਨ ਕਰਨਾ, ਇੱਕ ਇੱਕ ਜੀਵ ਨੂੰ, ਇੱਕ ਇੱਕ ਜੋਨ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਚਲਾ ਰਿਹਾ ਹੈ ਪੂਰਾ ਪਸਾਰਾ। ਦਾਤਾ ਕਰਤਾ ਹੋਇਆ, ਦਾਤਾ ਪਾਈ ਹੋਇਆ ਕਰਤਾ। ਆਪ ਤੂੰ, ਤੁਸ ਦੇਵੇਂ, ਖੁਸ਼ ਹੋ ਕੇ, ਤੁਸ
ਦੇਵੇਂ ਕਰੇ ਪਸਾਓ, ਦਾਤਾਂ ਦਿੰਦਾ ਹੈ, ਪਸਾਰਾ ਕਰ ਰਿਹਾ ਹੈ ਦਾਤਾਂ ਦਾ, ਸਾਰੀ ਖੇਡ ਚਲਾ ਰਿਹਾ ਹੈ। ਤੂੰ ਜਾਣੋਈ ਸਭ ਸਹਿ, ਦਿਲ ਐਸੇ ਜਿੰਦ ਕਵਾਓ। ਤੂੰ ਸਾਰਾ ਕੁਛ ਜਾਣਦਾ ਹੈ, ਹਰੇਕ ਨੂੰ ਜਾਣਦਾ ਹੈ, ਹਰ ਚੀਜ਼ ਨੂੰ ਜਾਣਦਾ ਹੈ। ਔਰ ਦਿਲ ਐਸੇ ਜਿੰਦ ਕਵਾਓ, ਤੂੰ ਜਿਹੜਾ ਹੈਗਾ ਸਰੀਰ ਦਿੰਦਾ ਹੈ, ਜਾਨ ਸਰੀਰ ਦੇ ਵਿੱਚ, ਸਰੀਰ ਔਰ ਜਾਨ ਦੇ ਕੇ ਭੇਜਦਾ ਹੈ ਦੁਨੀਆ ਦੇ ਵਿੱਚ, ਔਰ ਆਪਣੇ ਹੁਕਮ ਦੇ ਨਾਲ, ਕਵਾਓ ਕਹਿੰਦੇ ਹੁਕਮ, ਔਰ ਵਾਪਸ ਲੈ ਲੈਣਾ ਹੈ ਆਪਣੇ ਹੁਕਮ ਦੇ ਨਾਲ ਹੀ, ਵਕ ਕਰ ਦੇਣਾ ਹੈ। ਕਰ ਆਸਣ ਡਿੱਠੋ ਛਾਓ, ਕਹਿੰਦੇ ਇਸ ਖੇਡ ਨੂੰ ਪੂਰਾ ਤੇਰਾ ਆਸਣ ਹੈਗਾ ਸੰਸਾਰ, ਇਹਨੂੰ ਬੜੇ ਚਾਅ ਦੇ ਨਾਲ ਇਹ ਗੇਮ ਤੂੰ ਖੇਡ ਰਿਹਾ ਹੈ, ਚਾਅ ਦੇ ਨਾਲ ਇਹਨੂੰ ਦੇਖ ਰਿਹਾ ਹੈ, ਤੇਰੀ ਨਜ਼ਰ ਦੇ ਵਿੱਚ, ਤੇਰੇ ਧਿਆਨ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਆ ਜੀ ਇੱਥੇ ਹੀ ਆਪਾਂ ਸੰਕੋਚਦੇ ਹਾਂ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ